ਘਰ ਦੂਜਾ। ਭੈਰੋਂ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਇਹ ਪਾਵਨ ਸ਼ਬਦ ਦੂਜੇ ਘਰ ਵਿੱਚ ਉਚਾਰਨ ਕਰਕੇ ਗੁਰੂ ਜੀ ਦੀ ਉਸਤਤੀ ਕਰਦੇ ਹਨ। ਜੋ ਗੁਰਦੇਵ ਤਾ ਮਿਲੈ ਮੁਰਾਦ। ਇਹ ਭਾਈ ਜਦੋਂ ਪੂਜਨੀਕ ਗੁਰੂ ਦੀ ਕਿਰਪਾ ਹੁੰਦੀ ਹੈ ਤਦੋਂ ਮੁਰਾਰੀ ਪ੍ਰਮਾਤਮਾ ਮਿਲ ਪੈਂਦਾ ਹੈ। ਜੋ ਗੁਰਦੇਵ ਤਾ ਉਤਰੈ ਪਾਰ। ਜੇਕਰ ਪੂਜਨੀਕ ਗੁਰੂ ਦੀ ਕਿਰਪਾ ਪ੍ਰਾਪਤ ਹੋ ਜਾਵੇ ਤਾਂ ਜੀਵ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਰ ਜਾਂਦਾ ਹੈ। ਜੋ ਗੁਰਦੇਵ ਤਾ ਬੈਕੁੰਠ ਤਰੈ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਪ੍ਰਾਪਤ ਹੋ ਜਾਵੇ ਤਾਂ ਜੀਵ ਸੰਸਾਰ ਤੋਂ ਤਰ ਕੇ ਬੈਕੁੰਠ ਵਿੱਚ ਪਹੁੰਚ ਜਾਂਦਾ ਹੈ ਜਾਂ ਬੈਕੁੰਠ ਤੋਂ ਹੀ ਤਰ ਜਾਂਦਾ ਹੈ। ਭਾਵ ਬੈਕੁੰਠ ਨੂੰ ਵੀ ਹੇਠਾਂ ਸਮਝਣ ਲੱਗ ਪੈਂਦਾ ਹੈ। ਜੋ ਗੁਰਦੇਵ ਤਾ ਜੀਵਤ ਮਰੈ। ਜਦੋਂ ਪੂਜਨੀਕ ਗੁਰਾਂ ਦੀ ਕਿਰਪਾ ਹੋ ਜਾਏ ਤਾਂ ਮਨੁੱਖ ਜੀਵਤ ਭਾਵ ਵੱਲੋਂ ਮਰ ਜਾਂਦਾ ਹੈ। ਸਤ 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 ਗੁਰਦੇਵ। ਇਹ ਭਾਈ ਸੱਚੇ ਅਤੇ ਪੂਜਨੀਕ ਸਤਿਗੁਰੂ ਜੀ ਪਿੱਛੇ ਭੂਤਕਾਲ ਵਿੱਚ ਵੀ ਸੱਚ ਸਰੂਪ ਸਨ, ਹੁਣ ਵਰਤਮਾਨ ਸਮੇਂ ਵਿੱਚ ਵੀ ਸੱਚ ਸਰੂਪ ਹਨ, ਅੱਗੇ ਭਵਿੱਖਤ ਕਾਲ ਵਿੱਚ ਵੀ ਸੱਚ ਸਰੂਪ ਰਹਿਣਗੇ। ਜਾਂ ਪੂਜਨੀਕ ਸਤਿਗੁਰੂ ਜੀ ਚੌਹਾਂ ਯੁੱਗਾਂ ਵਿੱਚ ਸਤ ਸਰੂਪ ਹਨ। ਝੂਠ 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 ਆਨ ਸਭ ਸੇਵਾ। ਗੁਰਾਂ ਤੋਂ ਬਿਨਾਂ ਹੋਰ ਦੇਵੀ ਦੇਵਤਿਆਂ ਦੀ ਸਾਰੀ ਸੇਵਾ ਟਹਿਲ ਕਰਨੀ ਸਤਿਯੁਗ ਵਿੱਚ ਵੀ ਝੂਠੀ ਸੀ, ਤ੍ਰੇਤੇ ਵਿੱਚ ਵੀ ਝੂਠੀ ਸੀ, ਦੁਆਪਰ ਵਿੱਚ ਵੀ ਝੂਠੀ ਸੀ ਅਤੇ ਹੁਣ ਕਲਯੁਗ ਵਿੱਚ ਵੀ ਝੂਠੀ ਹੈ। ਜਾਂ ਚੌਹਾਂ ਖਾਣੀਆਂ ਅੰਦਰ ਵੀ ਕਿਸੇ ਹੋਰ ਦੀ ਸੇਵਾ ਕਰਨੀ ਸਾਰੀ ਝੂਠੀ ਹੋਈ ਹੈ। ਇਹ ਨਿਸ਼ਚੈ ਕਰੋ ਕਿ ਸਭ ਝੂਠੀ ਹੋਈ ਹੈ। ਜੇਕਰ ਫਰਮਾਨ ਕਰਦੇ ਨੇ ਜਾਓ ਗੁਰਦੇਵ ਤਾ ਨਾਮ ਦ੍ਰਿੜਾਵੈ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਗੁਰੂ ਜੀ ਪਰਮਾਤਮਾ ਦਾ ਨਾਮ ਹਿਰਦੇ ਅੰਦਰ ਪ੍ਰਪੱਕ ਕਰਵਾ ਦਿੰਦੇ ਹਨ। ਜਾਓ ਗੁਰਦੇਵ ਨਾ ਦਹਿ ਦੀ ਸਤਾਵੈ। ਜੇਕਰ ਪੂਜਨੀਕ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਮਨ ਪ੍ਰਤੱਖ ਜਾਂ ਇੰਦਰੀਆਂ ਦੇ ਵਿਸ਼ੇ ਰੂਪ 10 ਦਿਸ਼ਾਵਾਂ ਵਿੱਚ ਦੌੜਦਾ ਨਹੀਂ ਹੈ। ਜਾਓ ਗੁਰਦੇਵ ਪੰਚ ਤੇ ਦੂਰ। ਜੇਕਰ ਪੂਜਨੀਕ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਦੋਂ ਮਨੁੱਖ ਪੰਜਾਂ ਵਿਕਾਰਾਂ ਤੋਂ ਦੂਰ ਪਰੇ ਹੋ ਜਾਂਦਾ ਹੈ। ਜਾਓ ਗੁਰਦੇਵ ਨਾ ਮਰਗੋ ਝੂਰ। ਜੇਕਰ ਪੂਜਨੀਕ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਜੀਵ ਚੁਰ ਚੁਰ ਕੇ ਨਹੀਂ ਮਰਦਾ, ਭਾਵ ਸਾਰੇ ਚੋਰੀਆਂ ਤੋਂ ਰਹਿਤ ਹੋ ਜਾਂਦਾ ਹੈ। ਜਾਓ ਗੁਰਦੇਵ ਤਾ ਅੰਮ੍ਰਿਤ ਬਾਣੀ। ਜੇਕਰ ਪੂਜਨੀਕ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਮਨੁੱਖ ਅੰਮ੍ਰਿਤ ਵਰਗੀ ਮਿੱਠੀ ਬਾਣੀ ਹੀ ਬੋਲਦਾ ਹੈ ਜਾਂ ਉਸ ਦੀ ਬਾਣੀ ਵਿੱਚ ਅੰਮ੍ਰਿਤ ਸਰੂਪ ਹਰੀ ਵਸ ਜਾਂਦਾ ਹੈ। ਜਾਓ ਗੁਰਦੇਵ ਤਾਇਆ ਕਥ ਕਹਾਣੀ। ਜੇਕਰ ਪੂਜਨੀਕ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਮਨੁੱਖ ਕਥਨ ਤੋਂ ਰਹਿਤ ਪ੍ਰਭੂ ਦੀ ਸਰੂਪ ਲਖਣਾ ਵਾਲੀ ਤਟਸਥੀ ਰੱਖਣ ਵਾਲੀ ਕਥਾ ਕਹਾਣੀ ਨੂੰ
ਉਚਾਰਨ ਕਰਦਾ ਹੈ। ਜਾਓ ਗੁਰਦੇਵ ਲਾਇ ਅੰਮ੍ਰਿਤ ਦੇਹ। ਜੇਕਰ ਪੂਜਨੀਕ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਪੀਣ ਵਾਸਤੇ ਅੰਮ੍ਰਿਤ ਦੇਣਾ ਕਰਦੇ ਹਨ। ਜਾਓ ਗੁਰਦੇਵ ਨਾਮ ਜਪ ਲੈ। ਜਾਂ ਮ੍ਰਿਤੂ ਤੋਂ ਰਹਿਤ ਅਖੰਡ ਚੇਤਨ ਦੇਹੀ ਦੀ ਬਖਸ਼ਿਸ਼ ਕਰ ਦਿੰਦੇ ਨੇ। ਜੇਕਰ ਪੂਜਨੀਕ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਦੋਂ ਹੀ ਜੀਵ ਪਰਮਾਤਮਾ ਦਾ ਨਾਮ ਜਪ ਲੈਣਾ ਕਰਦਾ ਹੈ। ਜਾਓ ਗੁਰਦੇਵ ਭਵਨ ਤੈ ਸੁਜੈ। ਜੇਕਰ ਪੂਜਨੀਕ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਤਿੰਨਾਂ ਭਾਵਨਾ ਦੀ ਸਮਝ ਗਿਆਤ ਹੋ ਆਉਂਦੀ ਹੈ। ਜਾਂ ਤਿੰਨਾਂ ਭਾਵਨਾ ਵਿੱਚ ਪਰਮਾਤਮਾ ਪਰਿਪੂਰਨ ਦਿਸ ਆਉਂਦਾ ਹੈ। ਜਾਂ ਤਿੰਨ ਜਾਗਰਤ ਸੁਪਨ ਸੁਖੋਪਤ ਰੂਪ ਭਾਵਨਾ ਵਿੱਚ ਭਟਕਦੇ ਹੋਏ ਮਨ ਨੂੰ ਰੋਕਣ ਦੀ ਸੂਝ ਆ ਜਾਂਦੀ ਹੈ। ਜਾਓ ਗੁਰਦੇਵ ਊਚ ਪਾਤ ਬੁਝੈ। ਜੇਕਰ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਹੋ ਜਾਵੇ ਤਦ ਤੁਰਿਆ ਪਦ ਰੂਪ ਉੱਚੀ ਪਦਵੀ ਨੂੰ ਬੁੱਝ ਲਈਦਾ ਹੈ। ਜਾਓ ਗੁਰਦੇਵ ਕਾਸੀਸ ਆਕਾਸ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਸਿਰ ਆਕਾਸ਼ ਤੱਕ ਉੱਚਾ ਹੋ ਜਾਂਦਾ ਹੈ। ਜਾਓ ਗੁਰਦੇਵ ਸਦਾ ਸਾਬਾਸ। ਸਿਰ ਉੱਚਾ ਹੋਣ ਤੋਂ ਭਾਵ ਕੁੱਲ ਸੰਸਾਰ ਵਿੱਚ ਜਸ ਫੈਲ ਜਾਂਦਾ ਹੈ। ਸ਼੍ਰੋਮਣੀ ਚਿਤ ਆਕਾਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਵਿਰਾਟ ਸਰੂਪ ਦਾ ਸਿਰੀ ਆਕਾਸ਼ ਉਸ ਸਰੂਪ ਦੇ ਦੀਦਾਰ ਹੋ ਜਾਂਦੇ ਨੇ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਦੋਂ ਹਮੇਸ਼ਾ ਧਨਤਾ ਦੇ ਯੋਗ ਹੋ ਜਾਈਦਾ ਹੈ। ਜਾਓ ਗੁਰਦੇਵ ਸਦਾ ਬੈਰਾਗੀ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਮਨ ਹਮੇਸ਼ਾ ਹੀ ਸੰਸਾਰ ਦੇ ਵਿਸ਼ਿਆਂ ਵੱਲੋਂ ਮੋਹ ਵੱਲੋਂ ਵੈਰਾਗਮਾਨ ਹੋ ਜਾਂਦਾ ਹੈ। ਜਾਓ ਗੁਰਦੇਵ ਪਰ ਨਿੰਦਾ ਤਿਆਗੀ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਪਰਾਈ ਅਪਕੀਰਤੀ ਕਰਨ ਵਾਲੀ ਆਦਤ ਛੱਡ ਦੇਈਦੀ ਹੈ। ਜਾਓ ਗੁਰਦੇਵ ਬੁਰਾ ਭਲਾਈ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਮੰਦਾ ਚੰਗਾ ਇੱਕ ਸਮਾਨ ਹੀ ਦ੍ਰਿਸ਼ਟੀ ਵਿੱਚ ਆਉਂਦਾ ਹੈ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਲ। ਸਾਨੂੰ ਵੀ ਕੋਈ ਜੋ ਮਰਜ਼ੀ ਬੋਲੀ ਜਾਏ ਤੇ ਦੂਜੇ ਪ੍ਰਤੀ ਵੀ ਕੋਈ ਭਲੇ ਬੁਰੇ ਦੀ ਭਾਵਨਾ ਨਹੀਂ ਹੈ। ਕਿਉਂਕਿ ਉਹ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਕੁਦਰਤ ਹੈ। ਚੰਗੇ ਵੀ ਉਹਦੇ ਨੇ ਮੰਦੇ ਵੀ ਉਹਦੇ ਹਨ। ਇਸ ਵਾਸਤੇ ਭਾਵੇਂ ਕੋਈ ਬੁਰਾ ਕਹੋ ਜਾਂ ਚੰਗਾ ਕਹੀ ਜਾਵੇ ਸਾਰੇ ਚ ਪਰਮਾਤਮਾ ਦੀ ਜੋਤ ਹੀ ਦਿਸਦੀ ਹੈ। ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਭਾਣਾ। ਕਬੀਰ ਸਭ ਤੇ ਹਮ ਬੁਰੇ ਹਮ ਤਜ ਭਰੋ ਸਭ ਕੋਏ। ਜਿਨ ਐਸਾ ਕਰ ਬੁਝਿਆ ਗੀਤ ਹਮਾਰਾ ਸੋਏ। ਜਾਓ ਗੁਰਦੇਵ ਲੀਲਾਟ ਹੈ ਲੇਖਾ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਮੱਥੇ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਜਾਂ ਜੇਕਰ ਕਿਸੇ ਉੱਪਰ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਉਸਦੇ ਅੰਤਰਕਰਨ ਨੂੰ ਮੱਥੇ ਦੇ ਲੇਖ ਉਘੜਾਉਂਦੇ ਹਨ। ਇੱਕ ਸੁਦਾਗਰ ਲਾਹੌਰ ਦੇ ਵਿੱਚ ਰਹਿੰਦਾ ਸੀ ਜੋ ਵਪਾਰ ਕਰਨ ਦੇ ਲਈ ਬਹੁਤ ਦੂਰ ਕਿਸੇ ਟਾਪੂ ਵਿੱਚ ਗਿਆ ਹੋਇਆ ਸੀ। ਇਹ ਸੁਦਾਗਰ ਦੀ ਘਰਵਾਲੀ ਬਹੁਤ ਸੁੰਦਰ ਸਰੂਪ ਵਾਲੀ ਸੀ। ਇੱਕ ਦਿਨ ਇਹ ਕੇਸੀ ਇਸ਼ਨਾਨ ਕਰਕੇ ਘਰ ਦੀ ਛੱਤ ਤੇ ਕੇਸ ਹਰੇ ਕਰ ਰਹੀ ਸੀ।
ਇਹਦੇ ਘਰ ਦੇ ਨੇੜੇ ਹੀ ਉੱਥੋਂ ਦੇ ਸੂਬੇਦਾਰ ਦਾ ਮਹਿਲ ਸੀ। ਉਹ ਇਹਦੇ ਸਰੂਪ ਨੂੰ ਵੇਖ ਕੇ ਮੋਹਿਤ ਹੋ ਗਿਆ। ਉਸਨੇ ਆਪਣੇ ਕਾਜ਼ੀਆਂ ਮੁਲਾਣਿਆਂ ਨੂੰ ਕਿਹਾ ਕਿ ਮੈਂ ਸੁੰਦਰ ਸਰੂਪ ਵਾਲੀ ਇਸਤਰੀ ਨੂੰ ਆਪਣੀ ਬੇਗਮ ਬਣਾਉਣੀ ਚਾਹੁੰਦਾ। ਤੁਸੀਂ ਆਪਣੇ ਮੰਤਰਾਂ ਜੰਤਰਾਂ ਨਾਲ ਉਹਨੂੰ ਵਸ ਕਰਕੇ ਮੇਰੇ ਕੋਲ ਲਿਆ ਦੇਵੋ। ਤਦੋਂ ਕਾਜ਼ੀਆਂ ਨੇ ਮੰਤਰ ਜੰਤਰ ਲੈ ਕੇ ਉਸਦੇ ਪਲੰਗ ਦੇ ਪਾਵਿਆਂ ਹੇਠਾਂ ਦੇ ਦਿੱਤੇ। ਤਦੋਂ ਸੁਦਾਗਰ ਦੀ ਘਰਵਾਲੀ ਦਾ ਮਨ ਫਿਰ ਗਿਆ ਤੇ ਉਹ ਉੱਠ ਕੇ ਨਵਾਬ ਦੇ ਘਰ ਵੱਲ ਨੂੰ ਚੱਲ ਪਈ। ਇਸ ਦੇ ਮੱਥੇ ਉੱਪਰ ਮੁਸਲਮਾਨੀ ਬਣਨ ਦਾ ਲੇਖ ਵੀ ਲਿਖਿਆ ਹੋਇਆ ਸੀ। ਇਉਂ ਆਪਣੇ ਪਤੀ ਨੂੰ ਪ੍ਰਦੇਸ਼ ਗਿਆ ਹੋਇਆ ਜਾਣ ਕੇ ਮਨ ਵਿੱਚ ਮੰਦਾ ਸੰਕਲਪ ਕਰਕੇ ਜਦੋਂ ਨਵਾਬ ਦੇ ਘਰ ਵੱਲ ਜਾ ਰਹੀ ਸੀ, ਤਦੋਂ ਰਸਤੇ ਵਿੱਚ ਕਿਲੇ ਦੇ ਨਾਲ ਹੀ ਸੰਤ ਬਸਤੀ ਰਾਮ ਜੀ ਦਾ ਆਸ਼ਰਮ ਸੀਗਾ, ਜੋ ਬਹੁਤ ਹੀ ਭਜਨ ਬੰਦਗੀ ਕਰਨ ਵਾਲੇ ਸਨ। ਇਸ ਸੁਦਾਗਰ ਦੀ ਇਸਤਰੀ ਨੇ ਸੋਚਿਆ ਕਿ ਮੈਂ ਜਾਂਦੀ ਜਾਂਦੀ ਸੰਤਾਂ ਨੂੰ ਮੱਥਾ ਹੀ ਟੇਕ ਚੱਲਦੀ ਹਾਂ। ਜਦੋਂ ਇਹ ਸੰਤ ਬਸਤੀ ਰਾਮ ਜੀ ਕੋਲ ਗਈ ਤਾਂ ਉਹਨਾਂ ਨੇ ਦੇਖਿਆ ਕਿ ਆਪਣੇ ਪਤ ਵਰਤਾ ਧਰਮ ਤੋਂ ਡਿੱਗਣ ਤੇ ਮੁਸਲਮਾਨੀ ਬਣ ਜਾ ਰਹੀ ਹੈ। ਇਹ ਇਸ ਦੇ ਲਈ ਠੀਕ ਨਹੀਂ ਹੈ। ਤਦੋਂ ਸੰਤਾਂ ਨੇ ਸਤਨਾਮ ਸ੍ਰੀ ਵਾਹਿਗੁਰੂ ਕਹਾ ਕੇ ਸੰਗਤ ਦੀ ਚਰਨ ਧੂੜ ਉਹਦੇ ਮੱਥੇ ਉੱਪਰ ਲਾ ਦਿੱਤੀ, ਜਿਸ ਕਰਕੇ ਉਹਦੇ ਮੱਥੇ ਉੱਪਰ ਲਿਖਿਆ ਹੋਇਆ ਬੁਰਾ ਲੇਖ ਮਿਟ ਗਿਆ। ਉਹਨੂੰ ਆਪਣੇ ਆਪ ਉੱਪਰ ਬਹੁਤ ਸ਼ਰਮ ਆਈ ਕਿ ਮੈਂ ਬਹੁਤ ਵੱਡਾ ਗੁਨਾਹ ਕਰਨ ਜਾ ਰਹੀ ਸੀ। ਫਿਰ ਉਹਨੇ ਬੇਨਤੀ ਕੀਤੀ ਕਿ ਮਹਾਤਮਾ ਜੀ ਤੁਸੀਂ ਮੇਰੀ ਰੱਖਿਆ ਕਰੋ। ਤਦੋਂ ਮਹਾਤਮਾ ਨੇ ਕਿਹਾ ਬੀਬੀ ਤੂੰ ਮੂਲ ਮੰਤਰ ਦਾ ਪਾਠ ਕਰਿਆ ਕਰ, ਫਿਰ ਤੇਰੇ ਉੱਪਰ ਕਿਸੇ ਮੰਤਰ ਜੰਤਰ ਦਾ ਜ਼ੋਰ ਨਹੀਂ ਚੱਲੇਗਾ। ਕਿ ਉਹ ਸੁਦਾਗਰ ਦੀ ਇਸਤਰੀ ਆਪਣੇ ਘਰ ਵਿੱਚ ਵਾਪਸ ਆ ਗਈ। ਉਧਰ ਨਵਾਬ ਨੇ ਆਪਣੇ ਕਾਜ਼ੀਆਂ ਪਾਸੋਂ ਮੰਤਰਾਂ ਜੰਤਰਾਂ ਦਾ ਬਹੁਤ ਜ਼ੋਰ ਪਵਾਇਆ, ਪਰ ਉਹ ਸੁਦਾਗਰ ਦੀ ਘਰਵਾਲੀ ਉੱਪਰ ਕੋਈ ਅਸਰ ਨਾ ਹੋਇਆ। ਸਗੋਂ ਮੰਤਰ ਜੰਤਰ ਉਲਟ ਕੇ ਉਹਨਾਂ ਦੇ ਉੱਪਰ ਹੀ ਪੈ ਗਏ। ਜਿਨ ਸੰਧਿਆ ਤੇ ਸਿਰ ਮਾਰ ਤੇ ਫਿਰ ਉਲਟੂ ਤਸੇ ਲਗਾਵੇ ਉਹ ਉਲਟ ਕੇ ਕਾਜ਼ੀਆਂ ਦੇ ਉੱਪਰ ਹੀ ਪੈ ਕੇ ਉਹਨਾਂ ਨੂੰ ਅੱਗ ਲੱਗ ਗਈ। ਉਹ ਤੋਬਾ ਕਰਨ ਲੱਗ ਪਏ। ਸੋ ਇੰਜ ਸਤਿਗੁਰਾਂ ਦੇ ਪਿਆਰਿਆਂ ਨੇ ਸਿਮਰਨ ਦੇ ਬਲ ਨਾਲ ਤੇ ਸੰਗਤ ਦੀ ਚਰਨ ਧੂੜੀ ਨਾਲ ਉਹਦੇ ਮੱਥੇ ਦੇ ਲੇਖ ਭੇਟ ਦਿੱਤੇ। ਜਾਓ ਗੁਰਦੇਵ ਕੰਦ ਨਹੀਂ ਰਾ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਜੀਵ ਦਾ ਕੰਦ ਨਾਮ ਹੈ ਸਰੀਰ ਦਾ। ਇਹ ਸਰੀਰ ਵਿਕਾਰਾਂ ਦੇ ਵਿੱਚ ਫਸ ਕੇ ਫਿਰ ਨਾਸ਼ ਨਹੀਂ ਹੁੰਦਾ, ਜਾਂ ਜੀਵ ਮੁੜ ਸਰੀਰਾਂ ਵਿੱਚ ਪੈ ਕੇ ਨਾਸ਼ ਨਹੀਂ ਹੁੰਦਾ। ਭਾਵ ਉਸ ਨੂੰ ਅਖੰਡ ਚੇਤਨ ਦੇਹ ਦੀ ਪ੍ਰਾਪਤੀ ਹੋ ਜਾਂਦੀ ਹੈ। ਜਾ ਗੁਰਦੇਵ ਦੇਹੁਰਾ ਫਿਰਾ। ਪਰਸੋਂ ਹੀ ਆਪਨੇ ਦੇਹੁਰੀ ਵਾਲਾ ਸ਼ਬਦ ਸੁਣਿਆ ਸੀ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰ। ਫੇਰ ਦਿਆ ਦੇਹੁਰਾ ਨਾਮੇ ਕੋ ਪੰਡਿਯਨ ਕੋ ਪਿਛਵਾਰਦਾ। ਅਹੰਕਾਰੀਆਂ ਨਿੰਦਕਾਂ ਬੈਠਦੇ ਨਾਮਦੇਵ ਮੁਖ ਲਾਇਆ। ਭਗਤ ਨਾਮਦੇਵ ਜੀ ਦੀ ਸਾਖੀ ਬਹੁਤ ਪ੍ਰਸਿੱਧ ਹੈ। ਜਿਹੜੇ ਭਗਤ ਨਾਮਦੇਵ ਜੀ ਨੇ ਇਹ ਹੋਏ ਮਹਾਰਾਸ਼ਟਰ ਵਿੱਚ ਹਨ। ਜਨਮ ਇਹਨਾਂ ਦਾ ਨਰਸੀ ਬਾਹਮਣੀ ਦਾ ਹੈ। ਜਿਹੜੀ ਦੇਹੁਰੇ ਫੇਰਨ ਵਾਲੀ ਸਾਖੀ ਹੈ ਇਹ ਪੌਂਡਾ ਸ਼ਹਿਰ ਦੀ ਹੈ। ਜਦੋਂ ਜਿਹੜਾ ਨਾਸਿਕ ਸ਼ਹਿਰ ਹੈ, ਨਾਸਿਕ ਇੱਕ ਪਾਸੇ ਤਾਂ ਬੰਬੇ ਨੂੰ ਨਿਕਲ ਗਈ ਸੜਕ, ਨਾਸਿਕ ਤੋਂ ਸੜਕ ਪਾੜਦੀ ਹੈ, ਇੱਕ ਹਜੂਰ ਸਾਹਿਬ ਨੂੰ ਆ ਗਈ। ਹਜੂਰ ਸਾਹਿਬ ਤੋਂ 60 ਕਿਲੋਮੀਟਰ ਉਰੇ ਸੱਜੇ ਪਾਸੇ ਤਾਂ ਹਜੂਰ ਸਾਹਿਬ ਨੂੰ ਚਲੀ ਗਈ, ਖੱਬੇ ਪਾਸੇ ਪੌਂਡਾਪੁਰ ਨੂੰ ਜਾਂਦੀ ਹੈ। ਜਿਹੜਾ ਪੌਂਡਾ ਨਗਰ ਹੈ ਉੱਥੇ ਨਾਗਨਾਥ ਦਾ ਮੰਦਿਰ ਹੈ, शिव जी का मंदिर। जिन्ना भी पत्थर है वो काले रंग का लगा हुआ और वो इन्नियां कंधां जबरदस्त ने। आ थमले 4 होण तां एडी कंध बनती है।
पर पूरे का पूरा मंदिर इंज जिस तरह मॉडल रखा होंगे वो थले नींह नहीं हैं, घूमिया हुआ जापदा ते ओहदा जिहड़ा मंदिर का मूँह है दक्षिण वाले पासे है। वाहिगुरू दक्षिण वाले पासे का सारे मंदिरों का मूँह होंदा, वो महाराज ने घुमा के उल्टे पासे किया हुआ है। ये साखी उतों के छोटे छोटे बच्चे जो संगतां दे कोलों वो मंगते ने तो ये साखी सुनाते हैं। ये उवें जब गुरां की कृपा दृष्टि हुंदी है तो साडे लई मंदिर फिर गया सी, घूम गया सी। जा गुरुदेव ता छापर छाई। जदों गुरां की कृपा दृष्टि हुई तां ही परमात्मा ने आप कारीगर बन के साडे लई छपरी बन दी या ब्रह्म विद्या रूपी छपरी छा दी बना दी। होया इंज कि भगत नामदेव जी यात्रा करन चले गए। छोटी जी झोंपड़ी सीगी, किसी शाहूकार का मकान बन रहा सी, कोठी बन रही सी। मिस्त्री भी पुठी सलाह देंदे ने। मिस्त्री ने आख्या शाहूकार जी आ जिहड़ी झोंपड़ी है जे ढट जाए ये जगह आपां तुहाडे घर नाल मेल दईए तां वधिया चार नुकरां वाली जगह चौरस जी बन जाएगी। शाहूकार ने सोचा कि नामदेव गरीब बंदा है, गरीब बंदा पहली गल तो बोलता ही नहीं, जे वो बोलेगा तो वध तो वध यही कहूगा कि मेरी जगह तुसीं रला क्यों लई है, मैं किसी होर पासे जगह दे दियांगा। भगत नामदेव जी आए, छपरी नहीं वेखी ढठी हुई है। शाहूकार की खोटी नीयत भगत जी को पता चली। शाहूकार के परथाए भगत जी ने शब्द उचारिया, गहरी करके नीम खुदाई, ऊपर मंडप छाए, मार कंडे ते कुआ दकाई, जिन तृण तरमूंड बुलाई। इंसान सारी उम्र तो पहला काम करता मर जाता, 60 साल तो बाद माड़े मोटे पैसे हाथ च आउंदे, करदियां करदियां 70 साल हो जाते। उम्र बंदे की कितने किन्नी को है, कभी कोरोना आ गया, कभी डेंगू आ गया, शरीर तो पहला ही डिगे पे ने, ये बीमारियां नहीं छड्डदियां। रब की कुदरत बड़ी बेअंत है। अकबर बादशाह का एक रागी सीगा तानसेन, ये बड़ी प्रसिद्धि बड़ी मशहूरी है। कहते जब मरन लगा तो ये सेवकों ने ये चेलिया ने आख्या कि उस्ताद जी तुसी बहुत गुणी बंदे हो, हुण चढ़ाई कर लगे हो, कोई उपदेश दियो, कोई अंतिम शिक्षा दियो जो साडी जिंदगी में काम आवे, क्योंकि तुसी राग विद्या नूं सिद्ध किया हुआ है। तो तानसेन कहन लगा, ये प्यारिओ तुसी राग विद्या नूं सिद्ध करन दी गल आखदे हो, विद्या कभी भी मुकदी नहीं है, भावें सारी उम्र पढ़ते रहो। महाराज की कुदरत का कोई अंत नहीं, किहड़े पासे मर्जी तुर पाओ। मैं विद्या नूं राग विद्या नूं सिद्ध की करना, मैं तो सारी उम्र साज ही सुर करता रहा। कई बार टाइम होना हुंदा ते रागी ठुक ठुक ठा ठा ठुक ठुक ठा ठा स्पीकर अगे बंदा पहला आपदे सुर करके आवाजे ते जोड़ी, संगत डिस्टर्बेंस होंदी। अज वधी कला वाले महापुरखा ने कीर्तन दरबार किया सीगा ते वो कहते भी आप दे जिहड़े साज ने पहले ही सुर करके रखो, स्टेज ते चढ़ के बस परफॉर्मेंस देनी है। तो इस तरह साज सुर करने में बड़ा टाइम लगता, क्योंकि तिने इकट्ठे बैठते हैं, वो स्टेज पर बैठणगे, तो तिन्हां दी मिलत जो मिलती है 5 7 10 मिनट, जो ढाडी ने इन्हों का टाइम तो ही 2-2 घंटे होंगे। जो ढोलकी चिमटियां वाले, शैणियां वाले, धारना वाले ने गुरमुख
ਅੱਧਾ ਘੰਟਾ ਤਾਂ ਉਹ ਪਹਿਲਾਂ ਮੰਗਲ ਤੇ ਲਾ ਦਿੰਦੇ ਨੇ, ਉਹ ਆਪਦੀਆਂ ਸੁਰਾਂ ਨੂੰ ਸੈੱਟ ਕਰਦੇ, ਉਹਦੇ ਤੋਂ ਬਾਅਦ ਫਿਰ ਸਤੋਤਰ ਪੜ੍ਹਦੇ। ਤਾਂ ਇੰਝ ਅੱਗੋਂ ਪਿੱਛੋਂ ਸਮਾਂ ਕਾਫੀ ਲੱਗ ਜਾਂਦਾ। ਤਾਨਸੈਨ ਨੇ ਇਹੀ ਸਿੱਖਿਆ ਦਿੱਤੀ, ਕਹਿੰਦੇ ਸਾਰੀ ਉਮਰ ਤਾਂ ਮੈਂ ਆਪਦੇ ਸਾਜ਼ ਹੀ ਸੁਰ ਕਰਦਾ ਰਿਹਾ, ਜਦ ਗਾਉਣ ਦਾ ਟਾਈਮ ਆਇਆ ਤਾਂ ਮਹਾਰਾਜ ਨੇ ਮੈਨੂੰ ਸੱਦਾ ਪੱਤਰ ਭੇਜ ਦਿੱਤਾ ਕਿ ਉਹ ਬੰਦੇ ਦੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ ਹੈ, ਐਸੇ ਘਰ ਹਮ ਬਹੁਤ ਵਸਾਏ। ਪਹਿਲਾਂ ਪਿੰਡ ਪਾਇਆ, ਫਿਰ ਸ਼ਹਿਰ ਪਾਇਆ, ਫਿਰ ਜਿੱਥੇ ਡਿਊਟੀ ਉੱਥੇ ਪਾਇਆ, ਜਿੱਥੇ ਗਏ ਉੱਥੇ ਤੇ ਅਲਮਾਰੀਆਂ, ਕੱਪੜੇ ਅਜੇ ਵੀ ਪਏ ਹੋਏ, ਪੋਥੀਆਂ, ਕੌਣ ਆਉਂਦਾ, ਕਦੋਂ ਆਓਗੇ, ਕਿ ਇਹਨੂੰ ਕਹੀਦਾ ਵੀ ਵਰਤਾ ਦਿਓ, ਚੁੱਕਿਆ ਨਹੀਂ ਜਾਂਦਾ ਸਮਾਨ। ਤੇ ਇਸ ਵਾਸਤੇ ਇਹ ਮਹਾਰਾਜ ਨੇ ਆ ਵੇਖੋ, ਆ ਜਿਹੜਾ ਲਾਲ ਕਿਲਾ ਹੈ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ, ਉਹ ਲੋਕ ਜਿਹੜੇ ਹੰਕਾਰੀ ਸਿੰਘਾਸਨ ਤੇ ਬੈਠ ਕੇ ਨਾਵੇਂ ਪਾਤਸ਼ਾਹ ਦੇ ਹੁਕਮ ਚਾੜਦੇ ਸੀਗੇ, ਗੁਰੂ ਮਹਾਰਾਜ ਦੇ ਪਾਵਨ ਸਥਾਨ ਤੇ ਤਾਂ ਵੇਖੋ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਸੰਗਤਾਂ ਨਤਮਸਤਕ ਹੁੰਦੀਆਂ ਨੇ। ਆ ਜਿਹੜੇ ਗੋਰੇ ਸੀਗੇ, ਹਾਂਗਕਾਂਗ ਦੇ ਵਿੱਚ ਮੈਂ ਵੇਖਿਆ ਵੀ ਸਮੁੰਦਰ ਦੇ ਕਿਨਾਰੇ ਤੇ ਉਹ ਜਾਣ ਲੱਗਿਆ ਮੋਟੇ ਮੋਟੇ ਗਲੇਡੂ ਸੁੱਟ ਕੇ ਰੋਕ ਗਏ। ਜਿੱਥੇ ਬੰਦਾ 100 ਸਾਲ ਰਿਹਾ ਹੋਵੇ, ਫਿਰ ਰਾਜ ਕੀਤਾ ਹੋਵੇ, ਉਹ ਜਗ੍ਹਾ ਛੱਡਣ ਨੂੰ ਕਿੱਥੇ ਜੀ ਕਰਦਾ। ਚਾਈਨਾ ਨੇ ਲੀਜ਼ ਤੇ ਦਿੱਤਾ ਸੀ, ਪੈਸੇ ਕਰਜ਼ਾ ਲੈ ਗਿਆ, ਕਹਿੰਦੇ ਲਿਆਓ ਬਈ, ਉਹ ਜਾਂਦੀ, ਬਾਕੀ ਰੋ ਕੇ ਗਏ। ਕਲਮ ਗਿਆ ਆਪਦੀ ਲਿਖਤ, ਕਹਿੰਦੇ ਵੀ 100 ਸਾਲ ਤੱਕ ਸਾਡਾ ਕਾਨੂੰਨ ਰਹੇਗਾ, 50 ਸਾਲ ਤੱਕ ਰਹੇਗਾ। 25 ਸਾਲ ਉਹਦੇ ਹੋ ਗਏ, 25 ਰਹਿ ਗਏ। ਤੇ ਸਮੁੰਦਰ ਦੇ ਕਿਨਾਰੇ ਤੇ ਆਪ ਦੀ ਯਾਦ ਦੇ ਵਿੱਚ ਜਿੱਥੇ ਮੀਟਿੰਗਾਂ ਕਾਨਫਰੰਸ ਕਰਦੇ ਹੁੰਦੇ, ਸ਼ੀਸ਼ੇ ਵਾਲੀ ਬਿਲਡਿੰਗ ਬਣਾ ਕੇ ਗਏ, ਜਹਾਜ਼ ਨੁਮਾ। ਆ ਵੇਖੋ ਗਵਾਲੀਅਰ ਦਾ ਕਿਲਾ ਜਿਹਦਾ ਅੱਜ ਦਾ ਇਤਿਹਾਸ ਹੈ, ਜਿੱਥੇ 52 ਰਾਜੇ ਕੈਦ ਹੋਏ ਸੀ, ਉੱਥੇ ਤਾਂ ਖੰਡਰਾਤ ਪਏ ਨੇ। ਮੈਂ ਤਾਂ ਹਮੇਸ਼ਾ ਹੀ ਆਪਦੇ ਕੋਠੇ ਤੇ ਚੜ੍ਹ ਕੇ ਸੁਹਾਣੇ ਦੇ ਕਿਲੇ ਵੱਲ ਵੇਖਦਾ ਰਹਿੰਦਾ। ਇਹਨਾਂ ਵਿੱਚ ਰਹਿਣ ਵਾਲੇ ਇਹ ਕੋਈ ਮਖੌਲ ਤੇ ਜਾਂ ਕੋਈ ਕਿਸੇ ਦੇ ਕਮੈਂਟ ਵਾਲਾ ਬਚਨ ਨਹੀਂ ਹੈ, ਕੁਦਰਤੀ ਪ੍ਰਕਰਨ ਵੈਰਾਗਮਈ ਹੈ। ਸਾਡਾ ਵੀ ਇਸੇ ਤਰ੍ਹਾਂ ਹੀ ਹੈ। ऐसे घर हम बहुत बसाए जब हम राम गर्भ हुए आए। पहला तो घर वो है जो सानू महाराज ने शरीर दिता जीव आत्मा नूं रहण वास्ते। ये इको ही नहीं है, पता नहीं किन्ने जदों दा संसार बनिया, किन्नियां जुन्नां दे विच, किन्ने शरीरां दे विच आत्मा जिहड़ी भटकदी आई है। हुण इस तो अगे भी कोई पता नहीं। पर दूजा घर वो है जो माता दा पुत्र साडे शरीर नूं रहण वास्ते दिता। साडा घर जो शरीर आत्मा दा ते शरीर दा घर माता दा, उधर तीसरा जिस घर में साडा जन्म होया, जिथे आपां रह रहे हां, ते चौथा घर आ है, ते पंजवां अगे मर के जिथे जाना है। तो इस वास्ते ऐसे घर हम बहुत बसाए जब हम राम गर्भ हो जाए। बंदे की उम्र बहुती लंबी नहीं है, जिन्ने चर घर घुर बना सुख लैन का टाइम आता भी आ बैडरूम है, आ स्टोर है, फलाना टिमकड़ा, उन्हें चर महाराज बुलावा भेज दिंदा। फिर कोई घर के अंदर नहीं वड़ दिंदा, बाहर खुली जगह से 2-4 मिनट रख के वध तो वध 2-4 घंटे रख लैणगे, किसी को लीकना 1 दिन रख लैणगे। बैडरूम तो किसी काम नहीं आए, सेजा किसी भी काम नहीं। वो तो बलौंगी स्टेशन से लकड़ा पहले ही जमा हैं, लकड़ा की सेजा से सोना पैंदा, भावें कोई अमीर ते भावें गरीब है। नामदेव ने आख्या वो शाहूकारा तो मेरे गरीब की झोंपड़ी कखा कन्ना दी बनानी बड़ी औखी है, ते तू ढा के आपका घर बनाने खातर लालच किया। गहरी करके नीम खुदाई, ऊपर मंडप छाए, मारकंडे ते को अधिकाई। मारकंडा लिखी होया सतयुग दे विच। सतयुग दे बंदे की उम्र 1 लाख वरे की मनी गई है। भाई गुरदास जी ने लिखिया 1 लाख वरियां दी आरजा
पर कोठे कोट ना मंडप साजे सारे तपस्वी हुंदे सी, धर्मी हुंदे सी। कोठे काठे नहीं सी बनाउंदे हुंदे, कोठे हुंदे ने कच्चे मकान हुंदे ने पक्की इट वाले, ते कोठियां साडियां जिहड़ियां हुण आपां बना रहे हां। तो इस वास्ते हवेलियां घरां तो बाहर संद सुंद रखने वास्ते खुली जगह, ट्रैक्टर ट्राली वास्ते, गड्ढे वास्ते, डंगरां वास्ते, 2 हासनियां, 4 हासनियां, चौबारे आदि। मारकंडा लिखी ਉਹਦੀ ਸਮਝੋ ਲੱਖ ਵਰਿਆਂ ਦੀ ਉਮਰ ਸੀ ਤੇ ਉਹਨੇ ਕੋਈ ਆਪ ਦਾ ਕੋਠਾ ਨਹੀਂ ਬਣਾਇਆ, ਦਰਖਤ ਦੇ ਹੇਠਾਂ ਬੈਠਾ ਸੀਗਾ। ਉਹ ਦਰਖਤ ਕਾਫੀ ਵਿਸਤਾਰ ਵਾਲਾ ਸੀਗਾ, ਉਹਦੇ ਉੱਪਰ ਉਹਨੇ ਮਾੜੇ ਮੋਟੇ ਕੱਖ ਕੁੱਖ ਜਿਹੇ ਪਾਏ ਹੋਏ ਸੀ, ਮੀਂਹ ਹਨੇਰੀ ਤੋਂ ਥੋੜਾ ਬਹੁਤਾ ਬਚਾਅ ਹੋ ਜਾਂਦਾ ਸੀਗਾ। ਦਰਖਤ ਦੇ ਨੀਚੇ ਬੈਠ ਕੇ ਚੌਂਕੜਾ ਮਾਰ ਕੇ ਧਰਮ ਕਮਾਉਂਦੇ, ਰੱਬ ਰੱਬ ਕਰਦੇ ਸਾਰੀ ਜ਼ਿੰਦਗੀ ਉਹਨੇ ਗੁਜ਼ਾਰ ਦਿੱਤੀ। ਸਾਡੀ ਜ਼ਿੰਦਗੀ ਵੱਧ ਤੋਂ ਵੱਧ 60 ਸਾਲ ਨਹੀਂ ਤਾਂ 80 100 ਸਾਲ ਤੱਕ ਕੋਈ ਪੁਰਾਣਾ ਬਜ਼ੁਰਗ ਭਾਗਾ ਵਾਲਾ ਹੀ ਜੁੜਦਾ। ਅੱਜ ਕੱਲ੍ਹ ਦੇ ਮੁੰਡੇ ਆ ਜਿਹੜੇ ਚਿੱਟੇ ਚੁੱਟੇ ਵਾਲੇ ਦਾ ਇਹ ਤਾਂ ਝੱਟ ਹੀ ਚੜ੍ਹਦੀ ਕਲਾ ਹੋ ਜਾਂਦੀ ਹੈ। ਇਸ ਵਾਸਤੇ ਘਰ ਕੋਈ ਕਿਸੇ ਕੰਮ ਨਹੀਂ ਆਉਂਦੇ ਬੰਦੇ ਦੇ। ਕਹਿੰਦੇ ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰਮ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇ। ਐ ਮਨੁੱਖਾ ਤੂੰ ਕਾਹਦੇ ਲਈ ਹੰਕਾਰ ਕਰਦਾ? ਤੇਰੀ ਜਿਹੜੀ ਇਹ ਦੇਹ ਹੈ ਝੂਠੀ ਹੈ ਔਰ ਨਾਸ਼ ਹੋ ਜਾਣ ਵਾਲੀ ਹੈ। ਲੋਕ ਕਮੈਂਟ ਕਰਦੇ ਨੇ ਕਿ ਤੁਸੀਂ ਨੀਂਹ ਪੁੱਟੀ ਹੈ, ਆਰਕੀਟੈਕਟ ਕਿਹੜਾ ਰੱਖਿਆ, ਪਿੱਲਰ ਕੱਢੇ ਨੇ ਕਾਹਦੇ ਲਈ? ਵੀ ਜਦੋਂ ਤੂਫਾਨ ਆਊਗਾ ਜੇ ਬਿਲਡਿੰਗ ਡਿੱਗ ਪਈ ਫਿਰ ਬੰਦਾ ਪੁੱਛੇ ਵੀ ਤੁਸੀਂ ਰੱਖੋ ਉਹਨੂੰ ਆਣੋ। ਮਹਾਰਾਜ ਦੀ ਬਾਣੀ ਤਾਂ ਕਹਿੰਦੀ ਹੈ ਕਿ ਆਪੇ ਤੁਮਨੇ ਸੱਚਾ ਸੋਈ, ਉਹ ਵਾਹਿਗੁਰੂ ਦਾ ਹੀ ਆਸਰਾ। ਧਰਤੀ ਨੂੰ ਕਹਿੰਦੇ ਕਿਹੜੇ ਆਰਕੀਟੈਕਟ ਨੇ ਥੱਲੇ ਉਹ ਸਰੀਆ ਸੁਰੀਆ ਵਿਛਾ ਕੇ ਤੇ ਪਿੱਲਰ ਦਿੱਤੇ ਹੋਏ, ਦੱਸੋ? ਪਾਣੀ ਦੇ ਉੱਪਰ ਹੀ ਤੈਰ ਰਹੀ ਹੈ। ਹਾਂਗਕਾਂਗ ਗੁਰੂ ਘਰ ਦੀ ਸੇਵਾ ਤੋਂ ਵਿਹਲਾ ਹੋ ਕੇ ਮੈਂ ਜਦ ਸਮੁੰਦਰ ਦੇ ਕਿਨਾਰੇ ਤੇ ਜਾਂਦਾ ਤੇ ਹੇਠਾਂ ਵੱਲ ਵੇਖ ਕੇ ਹਮੇਸ਼ਾ ਹੀ ਸੋਚਦਾ ਰਹਿੰਦਾ। ਕਈ ਵਾਰ ਮੈਂ ਪੁੱਛਿਆ ਵੀ ਵੱਧ ਤੋਂ ਵੱਧ ਇੰਨਾ ਕੁ ਥੰਮੇ ਕਿ ਜਿੰਨਾ ਪਾਣੀ ਬਸ ਜਿੰਨਾ ਕੁ ਸਟੈਂਡ ਲੱਗਾ। ਜੇ ਕਦੇ ਵੀ ਉੱਪਰ ਨੂੰ ਆ ਜਾਏ ਫਿਰ ਕਹਿੰਦੇ ਬਾਬਾ ਜੀ ਅੱਜ ਤੱਕ ਉੱਪਰ ਨੂੰ ਨਹੀਂ ਆਇਆ। ਕਿੰਨੇ 100 ਸਾਲ ਲੰਘ ਗਏ ਨੇ, ਇਹ ਹੇਠਾਂ ਹੀ ਰਹਿੰਦਾ। ਸਮੁੰਦਰ ਦਾ ਇੱਕ ਗੁਣ ਹੈ ਵੀ ਉਹਦੇ ਵਿੱਚ ਨਾ ਪਾਣੀ ਵੱਧਦਾ ਨਾ ਘਟਦਾ। ਆ ਤੂਫਾਨ ਤੂਫਾਨ ਜਿਹੜਾ ਉੱਠਦਾ ਉਹ ਤਾਂ ਗੱਲ ਵੱਖਰੀ ਹੈ ਤੇ ਪਰ ਉੱਪਰ ਨਹੀਂ ਆਉਂਦਾ ਹੈ। ਇਹ ਧਰਤੀ ਤਾਂ ਤੈਰ ਰਹੀ ਹੈ, ਉਹਦੇ ਥੱਲੇ ਕਿਹੜਾ ਸਰੀਆ, ਕਿਹੜੇ ਥੰਮੇ ਬੰਦਾ ਪੁੱਛੇ, ਕਿਹੜੀ ਸਪੋਰਟ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮੰਡ, नाम के तारे सिमृत वेद पुराण, नाम के तारे स्वर्ण ज्ञान ध्यान, नाम के तारे आकाश पाताल, नाम के तारे सगल आकार, नाम के तारे पुरिया सब भवन, नाम के समुद्र सब श्रवण। वो शाहूकार ने माफी मंगी सी। भगत नामदेव जी को माता ने आख्या नामदेव तू हम छपरी छुपरी बना ते माता की आखे लाके घरदियां दे आखे लाके तंगड़ी ते वो दातरी लैके सवेरे सवेर अमृत वेले तुर पई काने लैन सरकड़ा वगड़। नहर के कंढे कंढे सरकड़ा सीगा कानियां वाला, या दातरी मारी तो जी तरेल सीगी हाथ नूं लगी। भोले पाए बोले रगड़ाया। नामदेव ने सोचा बना वेख ये रो रहे ने, इन्हां नूं दर्द होई है। फिर उन्हें अपने हाथ की दातरी मार के खून कढ़ लिया। कहते वेख तेरा भी खून निकलिया, तेनों भी दर्द हो रही है। तू आपकी छपरी बनाने वास्ते, आपके सुख वास्ते इन्होंने जिया क्यों दुख दिता है? क्योंकि जेते दाने आने जिया बाजना कोई जी उत कुछ खानी है, ये ही सारे बूटे आते हैं, इनके सारे जीव हैं। उत्थे ही बैठ के चौकड़ा मार लिया, रब रब कर लग पे, सारी दिहाड़ी लंघ गई। पर ने सोचा भी कमला साज घरदियां ने भेजिया कि छपरी बनाने लिए खाने लै गया, इतना इत्थे ही चौकड़ा करके बह गया। हुण मैनूं कुछ करना पऊगा। देवते ले गड्ढे के उपर सारा छपरी वाला समान रखिया, टांगे मींगे जे जिस तरह छपरी बनाते हैं
ਤੇ ਉਹ ਬਹੁਤ ਸੋਹਣੀ ਛਪੜੀ ਬਣਾ ਕੇ ਤੇ ਮਹਾਰਾਜ ਸਾਧ ਸੰਗਤ ਜੀ ਉਹ ਨਾਮਦੇਵ ਜੀ ਦਾ ਉੱਥੇ ਰਹਿਣ ਵਾਲਾ ਜਿਹੜਾ ਸਥਾਨ ਸੀਗਾ ਬਹੁਤ ਹੀ ਸੁੰਦਰ ਬਣਾ ਕੇ ਉੱਥੋਂ ਤੁਰ ਗਿਆ। ਬਾਬੇ ਨਾਮਦੇਵ ਜੀ ਆਏ, ਉਹਨਾਂ ਵੇਖਿਆ ਵੀ ਛਪੜੀ ਬੜੀ ਸੋਹਣੀ ਬਣੀ ਹੋਈ ਹੈ, ਇਹ ਕੌਣ ਬਣਾ ਗਿਆ? ਪਤਾ ਚੱਲਿਆ ਕਿ ਕੋਈ ਉਹ ਰਾਜੇ ਕਿਸਮ ਦਾ ਸ਼ਾਹੂਕਾਰ ਆਇਆ ਸੀ, ਉਹਦੇ ਨਾਲ ਸੇਵਕ ਬੜੇ ਸੀਗੇ। ਤੇ ਉਹਨੇ ਆਖਿਆ ਵੀ ਮੈਨੂੰ ਨਾਮਦੇਵ ਨੇ ਭੇਜਿਆ ਹੈ ਤੇ ਦੱਸੋ ਛਪੜੀ ਕਿੱਥੇ ਬਣਾਉਣੀ ਹੈ। ਘਰਦਿਆਂ ਨੇ ਦੱਸਿਆ ਵੀ ਉਹ ਛਪੜੀ ਬਣਾ ਕੇ ਨੇ ਸੂਰਜ ਰਾਗ ਦੇ ਵਿੱਚ ਵੀ ਇਹ ਪਾਵਨ ਸ਼ਬਦ ਹੈ। ਜਦ ਗਵੰਡਨ ਨੇ ਦੇਖਿਆ ਤੇ ਉਹਨੇ ਆਖਿਆ ਵੀ ਨਾਮਦੇਵ ਤੋਂ ਪੈ ਦੁਗਣੀ ਮਜ਼ਦੂਰੀ ਦੇ ਹੋ ਮੌਕੋ ਬੇਟੀ ਤੇ ਬਤਾਈ ਹੋ। ਬੇਟੀ ਨਾਮ ਕਾਰੀਗਰ ਦਾ, ਮੈਨੂੰ ਕਾਰੀਗਰ ਦਾ ਐਡਰੈਸ ਦੇ ਦੇ ਤੇ ਮੈਂ ਤੇਰੇ ਨਾਲੋਂ ਦੁਗਣੀ ਮਜ਼ਦੂਰੀ ਦੇਵਾਂਗੀ, ਮੇਰੀ ਵੀ ਛਪੜੀ ਇਸ ਤਰ੍ਹਾਂ ਦੀ ਬਣਵਾ ਦੇ। ਨਾਮਦੇਵ ਕਹਿਣ ਲੱਗਾ ਬੇਟੀ ਕੇ ਗੁਣ ਸੁਮਲੀ ਬਾਈ ਜਲਦ ਬਾਂਧ ਤੋ ਥਾਪੇ ਹੋ ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਬਭੀਖਣ ਆਪੇ ਹੋ। ਜਿਹੜਾ ਬੇਟੀ ਹੈ ਮਿਸਤਰੀ ਹੈ, ਇਹ ਤਾਂ ਬੇਟੀ ਪ੍ਰੀਤ ਮਨਜ਼ੂਰੀ ਮੰਗੈ ਜੇ ਕੋ ਸ਼ਾਨ ਸ਼ਵਾਵੈ ਹੋ ਲੋਕ ਕਟੰਬ ਸਭੋਂ ਤੇ ਤੋਰੈ ਤੋ ਆਪਣ ਬੇਟੀ ਆਵੈ ਹੋ। ਉਹ ਪੈਸੇ ਦੀ ਜਾਂ ਸੋਨੇ ਚਾਂਦੀ ਮਜ਼ਦੂਰੀ ਨਹੀਂ ਮੰਗਦਾ, ਉਹ ਤਾਂ ਪ੍ਰੀਤੀ ਦੀ ਮਜ਼ਦੂਰੀ ਮੰਗਦਾ ਹੈ। ਲੋਕਾਂ ਦੇ ਨਾਲੋਂ ਟੱਬਰ ਟੋਰ ਦੇ ਨਾਲੋਂ ਆਪਦੇ ਮਨ ਦੀ ਬਿਰਤੀ ਨੂੰ ਤੋੜ ਕੇ ਜੇ ਤੁਸੀਂ ਰੱਬ ਨਾਲ ਜੋੜ ਲਓਗੇ ਤਾਂ ਉਹ ਆਪਣੇ ਆਪ ਹੀ ਤੁਹਾਡਾ ਘਰ ਬਣਾਉਣ ਵਾਸਤੇ ਪਹੁੰਚ ਜਾਵੇਗਾ। ਮਹਾਰਾਜ ਸੰਤਾਂ ਦੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣੇ ਆਇਆ ਨਾਮ। ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੀ ਸੇਵਾ ਕਰਨ ਵਾਸਤੇ ਖੁਦ ਭਗਵਾਨ ਦੇਵਤਿਆਂ ਨਾਲ ਆਪ ਆਇਆ ਸੀ। ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹ ਵਿਖਿਆ ਮੈਂ ਲੱਜਾ ਰੱਖੀ ਨਾਮ। ਗੋਪਾਲ ਤੇਰਾ ਆਰਤ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਸ ਵਾਰਤ। ਸੋ ਨਾਮਦੇਵ ਜੀ ਕਹਿੰਦੇ ਨੇ ਕਿ ਜਦ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਹੀ ਪ੍ਰਮਾਤਮਾ ਨੇ ਆਪ ਕਾਰੀਗਰ ਬਣ ਕੇ ਮੇਰੀ ਛਪੜੀ ਬਣ ਦਿੱਤੀ। ਜੋ ਗੁਰ ਦਿਓ ਤਾਂ ਛਪ ਰਛਾਈ। ਜੋ ਗੁਰ ਦਿਓ ਸਹਜ ਨਿਕਸਾਈ। ਸਹਿਜ ਪਾਠ ਗਲਤ ਹੋ ਗਿਆ, ਸਹਿਜ ਹੈ, ਸਹਿਜਾ ਦਾ ਅਰਥ ਹੈ। ਤੋ ਜਦੋਂ ਪੂਜਨੀਕ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਦੋਂ ਗੋਦਾਵਰੀ ਵਿੱਚ ਰਤਨਾਂ ਨਾਲ ਜੜਤ ਸਹਿਜ ਨਿਕਸਾਈ ਸਹਿਜਾ ਕੱਢ ਕੇ ਬਾਦਸ਼ਾਹ ਨੂੰ ਦਿੱਤੀ। ਅਰਥਾਤ ਜਦੋਂ ਨਾਮਦੇਵ ਜੀ ਨੇ ਮਰੀ ਗਾਂ ਜਿਉਂਦੀ ਕਰਕੇ ਬਾਦਸ਼ਾਹ ਨੂੰ ਸੱਚਾ ਨਿਆਂ ਕਰਨ ਦਾ ਉਪਦੇਸ਼ ਦਿੱਤਾ, ਤਦੋਂ ਬਾਦਸ਼ਾਹ ਨੇ ਖੁਸ਼ ਹੋ ਕੇ ਰਤਨਾਂ ਦੇ ਨਾਲ ਜੜਤਕਾਰੀ ਵਾਲੀ ਇੱਕ ਸੇਜਾ ਭੇਟਾ ਕੀਤੀ ਅਤੇ ਕਿਹਾ ਕਿ ਤੁਸੀਂ ਇਸ ਉੱਪਰ ਬੈਠ ਕੇ ਭਜਨ ਸਿਮਰਨ ਕਰਿਆ ਕਰੋ, ਸੰਗਤਾਂ ਨੂੰ ਦਰਸ਼ਨ ਦਿਆ ਕਰੋ। ਨਾਮਦੇਵ ਜੀ ਨੇ ਕਿਹਾ ਕਿ ਸਾਨੂੰ ਇਸ ਦੀ ਲੋੜ ਨਹੀਂ ਹੈ। ਬਾਦਸ਼ਾਹ ਨੇ ਕਿਹਾ ਕਿ ਮੈਨੂੰ ਚੁੱਕਣ ਲਈ 4 ਨੌਕਰ ਵੀ ਦਿੰਦਾ, ਇਹ ਚੁੱਕੀ ਫਿਰਿਆ ਕਰਨਗੇ। ਜਦੋਂ 4 ਨੌਕਰ ਉਹ ਸੇਜਾ ਚੁੱਕ ਕੇ ਭਗਤ ਨਾਮਦੇਵ ਜੀ ਦੇ ਨਾਲ ਆ ਰਹੇ ਸਨ, ਤਦੋਂ ਭਗਤ ਜੀ ਨੇ ਗੋਦਾਵਰੀ ਕਿਨਾਰੇ ਆ ਕੇ ਉਹ ਸੇਜਾ ਨਦੀ 'ਚ ਸੁੱਟਵਾ ਦਿੱਤੀ ਕਿ ਸਾਡੇ ਕਿਸ ਕੰਮ। ਕਿਸੇ ਕੋਲੋਂ ਫ੍ਰੀ ਚੀਜ਼ ਨਹੀਂ ਲੈਣੀ ਚਾਹੀਦੀ, ਕਿਉਂਕਿ ਬੰਦਾ ਮੁੱਲ ਖਰੀਦਿਆ ਜਾਂਦਾ, ਉਹਦਾ ਗੁਲਾਮ ਬਣ ਜਾਂਦਾ। ਸਾਡੇ ਗੁਰੂਆਂ ਦਾ ਨਿਯਮ ਹੈ ਕਿ ਗੁਰੂ ਤੇਗ ਬਹਾਦਰ ਨੇ ਸ਼ਹਿਰ ਵਸਾਉਣਾ ਸੀਗਾ ਤੇ ਅਨੰਦਪੁਰ ਸਾਹਿਬ ਦੀ ਜ਼ਮੀਨ ਬਿਲਾਸਪੁਰ ਦੀ ਵਿਧਵਾ ਰਾਣੀ ਤੋਂ ਪੈਸੇ ਦੇ ਕੇ ਮੁੱਲ ਖਰੀਦੀ। ਬਲਕਿ ਮਹਾਰਾਜ ਪੈਸੇ ਉਹ ਹੱਥ ਨਹੀਂ ਸੀ ਲਾਉਂਦੇ, ਲਾਲਚ ਨਹੀਂ ਸੀ ਕਰਦੇ। ਉਹ ਕੁਦਰਤੀ ਸੰਗਤਾਂ ਨੇ ਬਹੁਤ ਹੀ ਭੇਟਾ ਕਰ ਦਿੱਤੀ ਤੇ ਮਹਾਰਾਜ ਨੇ ਸੰਗਤ ਦਾ ਹੀ ਘਰ ਬਣਾਤਾ। तो इसी तरह महापुरखों का भी ऐसा नियम है। पिंड वाले हजारों थले मारे भी बाबा जी तुहाडा ही सब कुछ कहते नहीं। छप्पड़ नूं भी मुल खरीदे, गंदे पानी वाले छप्पड़ संत करतार सो खालसा भंडा वाले ने पंचायत में आख्या पैसे मुल पाओ तो पैसे चुको। कल तुहाडे पुत पुत्र आके रो पाउण कि बाबा जी कित्थे, आपां तां इह गल सहार नहीं कोई नहीं। तो इस वास्ते जे कोई कहे भी निहंगा कब्जा कर लिया, निहंग तो पहले बदनाम ने नीलियां पग्गां वाले भी अपना ही काम नहीं है, पैसे चुको मुल पाओ। गंदे पानी वाला छप्पड़ भी पैसे दे के मुल खरीदे। जिथे महापुरख चढ़ाई की भाई भानसू का चुबारा कहते हाँ कोई गुरमुखा इतने तुम गुरुद्वारा पढ़ूंगा, कहते बाबा जी मैं तो पहले बाहर बह गया,
ਜਦੋਂ ਸੰਤਾਂ ਨੇ ਸਰੀਰ ਛੱਡਤਾ, ਮੈਂ ਤਾਂ ਉਹਨਾਂ ਘਰ ਛੱਡ ਕੇ ਬਾਹਰ ਤੁਹਾਡੇ ਕੋਲ ਆ ਕੇ ਬੈਠਾ। ਮੈਂ ਤਾਂ ਘਰ ਦੇ ਅੰਦਰ ਵੜਿਆ ਹੀ ਨਹੀਂ, ਤੁਹਾਡਾ ਹੀ ਆ। ਕਹਿੰਦੇ ਭਾਈ ਉਹ ਮਾਇਆ ਧੇਲਾ ਜਾਂ ਕੋਈ ਜਗ੍ਹਾ, ਕਹਿੰਦੇ ਮਾਇਆ ਤਾਂ ਚੰਗੇ ਨਹੀਂ ਲੱਗੀ ਨਾ, ਫਿਰ ਉਹਨੂੰ ਘਰ ਬਣਾ ਕੇ ਦਿੱਤਾ। ਤਾਂ ਇੰਜ ਇਹ ਸੰਤਾਂ ਸਾਧੂਆਂ ਦਾ ਵੀ ਨਿਯਮ ਹੈ। ਨਾਮਦੇਵ ਨੇ ਸੋਚਿਆ ਵੀ ਆਪਣੇ ਕਿਸ ਕੰਮ ਇਹਦੇ ਮਨ 'ਚ ਕੀਤਾ ਕੀ ਆ ਜਾਏ। ਤੇ ਪਹਿਲਾਂ ਤਾਂ ਨਾ ਨੌਕਰ ਕੀਤੀ, ਜਦ ਬਦਲ ਬਦੀ ਨੌਕਰਾਂ ਤੋਂ ਹੀ ਚੁਕਵਾ ਦਿੱਤੀ, ਉਹਨਾਂ ਪਾਣੀ ਸਟਾਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਨਗੀਨਾ ਘਾਟ ਤੇ ਨਗੀਨਾ ਪਾਣੀ ਵਿੱਚ ਸੁੱਟ ਦਿੱਤਾ ਸੀ। ਹੀਰਾ ਘਾਟ ਤੇ ਹੀਰਾ ਪਾਣੀ ਵਿੱਚ ਸੁੱਟ ਦਿੱਤਾ ਸੀ। ਜਿਸ ਵਕਤ ਨਦੀ ਦੇ ਵਿੱਚ ਸੁਟਵਾ ਦਿੱਤੀ, ਨੌਕਰਾਂ ਨੇ ਬਾਦਸ਼ਾਹ ਦੇ ਪਾਸ ਜਾ ਕੇ ਸ਼ਿਕਾਇਤ ਕਰ ਦਿੱਤੀ। ਬਾਦਸ਼ਾਹ ਸੁਣ ਕੇ ਬਹੁਤ ਗੁੱਸੇ ਵਿੱਚ ਆਇਆ ਕਿ ਉਹਨੇ ਮੇਰੀ ਲੱਖਾਂ ਰੁਪਏ ਕੀਮਤੀ ਸੇਜਾ ਦੀ ਕਦਰ ਨਹੀਂ ਜਾਣੀ। ਤੁਸੀਂ ਉਹ ਭਗਤ ਨੂੰ ਕਹੋ ਕਿ ਮੈਨੂੰ ਸੇਜਾ ਵਾਪਸ ਚਾਹੀਦੀ ਹੈ। ਉਹ ਮੇਰੇ ਪੁੱਤਰ ਦੀ ਸੇਜਾ ਸੀ, ਮੇਰੇ ਕੋਲੋਂ ਭੁਲੇਖੇ ਨਾਲ ਦਿੱਤੀ ਗਈ ਆ, ਤੁਹਾਨੂੰ ਹੋਰ ਦੇਣੀ ਸੀ। ਜਦੋਂ ਨੌਕਰਾਂ ਨੇ ਜਾ ਕੇ ਕਿਹਾ ਤਾਂ ਭਗਤ ਨਾਮਦੇਵ ਜੀ ਨੇ ਕਿਹਾ ਕਿ ਜਿਸ ਨੇ ਸੇਜਾ ਦਿੱਤੀ ਸੀ ਉਸ ਨੂੰ ਕਹੋ ਕਿ ਉਹ ਆਪ ਹੀ ਕੱਢ ਕੇ ਲੈ ਜਾਵੇ। ਜਦੋਂ ਬਾਦਸ਼ਾਹ ਆਪਣੇ ਨੌਕਰਾਂ ਸਮੇਤ ਆਇਆ ਤੇ ਗੋਦਾਵਰੀ ਵਿੱਚੋਂ ਸੇਜਾ ਕੱਢਣ ਦਾ ਹੁਕਮ ਦੇ ਦਿੱਤਾ। ਜਦ ਗੋਦਾਵਰੀ ਦੇ ਵਿੱਚ ਵੇਖਿਆ ਤਾਂ ਉਸ ਵਰਗੀਆਂ ਬੇਅੰਤ ਸੇਜਾਂ ਨਜ਼ਰੀ ਆਈਆਂ। ਜਦੋਂ ਉਹ 70 ਸੇਜਾਂ ਕੱਢ ਲਈਆਂ ਤਾਂ ਹੋਰ ਲਾਲਚ ਕਰਨ ਲੱਗਾ। ਤਦੋਂ ਭਗਤ ਨਾਮਦੇਵ ਜੀ ਨੇ ਕਿਹਾ ਕਿ ਹੇ ਬਾਦਸ਼ਾਹ, ਤੂੰ ਹੋਰ ਲਾਲਚ ਕਿਉਂ ਕਰਦਾ ਹੈ? ਤੁਹਾਡੇ ਮੁਸਲਮਾਨਾਂ ਦੀਆਂ ਤਾਂ ਕਿਤਾਬਾਂ ਵਿੱਚ ਲਿਖਿਆ ਕਿ ਜੋ ਦਾਨ ਕਰਦਾ ਹੈ, ਜੇ ਤਾਂ ਉਸ ਦਾ ਫਲ ਇੱਥੇ ਲਵੇ ਤਾਂ ਉਹਨੂੰ 10 ਗੁਣਾ ਮਿਲਦਾ। ਜੇ ਦਾਨ ਦਾ ਫਲ ਇੱਥੇ ਲਵੇ ਤਾਂ 10 ਗੁਣਾ ਮਿਲਦਾ, ਜੇ ਪਰਲੋਕ ਵਿੱਚ ਲਏ ਤਾਂ 70 ਗੁਣਾ ਮਿਲਦਾ। ਤੂੰ ਤਾਂ ਪਰਲੋਕ ਦਾ ਫਲ ਇੱਥੇ ਹੀ ਪਾ ਲਿਆ। ਇੱਕ ਸੇਜਾ ਦਾਨ ਕਰਕੇ 70 ਪਾਣੀ ਨੂੰ ਕੱਢ ਲਈਆਂ। ਇਹ ਰੱਬ ਦਾ ਖਜ਼ਾਨਾ ਹੀ ਹੋ। ਇਹ ਸੋਚ ਸਮਝ ਕੇ ਇਹਨੂੰ ਵਰਤਣਾ ਹੈ। ਇਸ ਵਾਸਤੇ ਇਹਨਾਂ ਕਹਿ ਕੇ ਬਾਕੀ ਦੀਆਂ ਸੇਜਾਂ ਪਾਣੀ ਦਾ ਰੂਪ ਹੀ ਕਰ ਦਿੱਤੀਆਂ ਨਾਮਦੇਵ ਜੀ ਨੇ। ਭਾਵ ਗੁਰਾਂ ਦੀ ਕਿਰਪਾ ਹੋਣ ਕਰਕੇ ਵੇਖੋ, ਭਗਤ ਨਾਮਦੇਵ ਜੀ ਆਪ ਗਰੀਬੀ ਵਿੱਚ ਰਹਿਣਾ ਪਸੰਦ ਕਰਦੇ ਸੀ, ਪਰ ਉਹਨਾਂ ਨੂੰ ਮਹਾਰਾਜ ਨੇ ਖਜ਼ਾਨਾ ਵੇਖੋ ਕੈਸਾ ਦਿੱਤਾ। ਉਹਨਾਂ ਸੇਜਾਂ ਕੱਢ ਕੇ ਦਿਖਾ ਦਿੱਤੀਆਂ। ਆਣ ਦਾਮ ਕੋ ਸ਼ੀਪਰੋ ਹੋਏ ਉਹ ਲਾਖੀਣਾ। ਤੋ ਇਸ ਤਰ੍ਹਾਂ ਗੁਰਾਂ ਦੀ ਕਿਰਪਾ ਹੋਣ ਕਰਕੇ ਉਹ ਰਾਜੇ ਦੀ ਸੇਜਾ ਕੱਢ ਕੇ ਵਿਖਾਲ ਦਿੱਤੀ। ਜੋ ਗੁਰਦੇਵ ਤਾ 68 ਨਾ ਆਇਆ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਹੋ ਜਾਵੇ ਤਾਂ ਜੀਵ ਨੂੰ ਘਰ ਬੈਠੇ ਹੀ 68 ਤੀਰਥਾਂ ਤੇ ਇਸ਼ਨਾਨ ਹੋ ਜਾਂਦਾ ਹੈ। ਸੁਣਿਆ ਅਸ਼ੜ ਦਾ ਇਸ਼ਨਾਨ ਕਰ ਲੈਂਦਾ, ਘਰ ਬੈਠਾ ਹੀ 68 ਤੀਰਥਾਂ ਦੇ ਨਹਾਉਣ ਦਾ ਮਹੱਤਵ ਮਿਲ ਜਾਂਦਾ। ਜਿਵੇਂ ਗੁਰੂ ਰਾਜੇ ਨੂੰ ਸਿਮਰਨ ਕਰਦਿਆਂ ਘਰ ਵਿੱਚ 68 ਤੀਰਥ ਆ ਕੇ ਇਸ਼ਨਾਨ ਕਰਵਾ ਗਏ ਸਨ। ਹੋਇਆ ਇੰਜ ਕਿ ਜਿਹੜਾ ਪੂਰਵ ਰਾਜਾ ਸੀ, ਇਹਦੇ ਕੋਲ ਸੰਤ ਮਹਾਤਮਾ ਆਏ। ਕਹਿਣ ਲੱਗੇ, ਆਓ ਰਾਜਨ, ਤੁਹਾਨੂੰ ਤੀਰਥਾਂ ਦੇ ਇਸ਼ਨਾਨ ਕਰਵਾ ਲਿਆਈਏ। ਕਹਿੰਦੇ ਨਹੀਂ ਭਾਈ, ਮੈਂ ਤਾਂ ਇੱਥੇ ਹੀ ਚੰਗਾ ਹਾਂ। ਕਹਿਣ ਲੱਗੇ ਨਹੀਂ, ਬੜਾ ਮਹਾਤਮ ਹੈ ਇਸ਼ਨਾਨ ਕਰਨ ਦਾ। ਉਹਨਾਂ ਦੇ ਮਨ ਦਾ ਫੁਰਨਾ ਬਣ ਗਿਆ। ਜਦ ਮਨ ਦਾ ਫੁਰਨਾ ਬਣਿਆ ਤਾਂ ਮਹਾਰਾਜ ਨੇ ਆਕਾਸ਼ਬਾਣੀ ਦੁਆਰਾ ਕਿਹਾ, ਰਾਜਨ ਤੂੰ ਨਾਮ ਜਪਦਾ, ਤੈਨੂੰ ਕਿਤੇ ਤੀਰਥਾਂ ਤੇ ਨਹਾਉਣ ਦੀ ਲੋੜ ਨਹੀਂ। ਕਹਿੰਦਾ ਨਹੀਂ ਮਹਾਰਾਜ, ਸਾਧੂ ਕਹਿੰਦੇ ਨੇ। ਕਹਿੰਦੇ ਚੰਗਾ, ਫਿਰ ਤੈਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ। 68 ਤੀਰਥ ਇੱਥੇ ਤੇਰੇ ਕੋਲ ਹੀ ਆ ਜਾਣਗੇ। ਉੱਥੇ ਗੁਰੂ ਰਾਜੇ ਕੋਲ 68 ਤੀਰਥ ਆ ਗਏ। ਉਹਦਾ ਚਬੱਚਾ ਪਾਣੀ ਵਾਲਾ ਭਰ ਦਿੱਤਾ, ਹੌਦ ਜਿਹਾ। ਕਹਿੰਦੇ ਕਰਨਾ ਇਸ਼ਨਾਨ। ਇਉਂ ਦੂਰਬਾ ਪਰੂਰੋ ਅੰਗਰ ਗੁਰ ਨਾਨਕ ਜਸ ਗਾਇਓ। ਪੱਟਾਂ ਦੇ ਸਵਈਆਂ 'ਚ ਪੂਰਬ ਰਾਜੇ ਦਾ ਜ਼ਿਕਰ ਆਇਆ। ਇਉਂ ਉਹਦਾ ਇਸ਼ਨਾਨ ਕਰਵਾਇਆ ਸੀਗਾ। ਇਸੇ ਤਰ੍ਹਾਂ ਜਿਹੜਾ ਜੈਤਾ ਸੇਠ ਪਟਨੇ ਸ਼ਹਿਰ ਦਾ, ਲੋਕਾਂ ਨੇ ਸ਼ਿਕਾਇਤ ਕੀਤੀ ਮਹਾਰਾਜ ਇਸ਼ਨਾਨ ਨਹੀਂ ਕਰਦਾ, ਹਲਵਾਈ ਸੀ। ਸਤਿਗੁਰੂ ਜੀ ਨੇ ਕੀਰਤਨ ਦਰਬਾਰ ਕੀਤਾ। ਉਹਦਾ ਜਿਹੜਾ ਚਬੱਚਾ ਸੀ ਉੱਥੇ ਗੰਗਾ ਗਾਂ ਦਾ ਰੂਪ ਧਾਰ ਕੇ ਆਈ। ਰਾਤ ਦੇ 12 ਵਜੇ ਤੋਂ ਬਾਅਦ ਉਹਨੇ ਮੂੰਹ ਖੋਲ ਕੇ ਜਾਨਣ ਭਰ ਦਿੱਤਾ। ਜੈਤਾ ਸੇਠ ਉਹਦੇ 'ਚ ਬੈਠ ਕੇ ਇਸ਼ਨਾਨ ਕਰਨ ਲੱਗ ਪਿਆ। ਫਿਰ ਉਹਨੇ ਪਾਣੀ ਪੀ ਲਿਆ ਤੇ ਚਲੀ ਗਈ।
ਮਾਰੇ ਕਹਿੰਦੇ ਵੇਖ ਲਓ, ਤੁਸੀਂ ਸੁੱਤੇ ਪਏ ਹੁੰਦੇ ਹੋ, ਤੁਹਾਨੂੰ ਕੀ ਪਤਾ? ਕਿਉਂਕਿ ਅੱਜ ਕੱਲ੍ਹ ਤਾਂ ਕਮਰੇ 'ਚ ਹੀ ਵਾਸ਼ਰੂਮ ਨੇ, ਪਤਾ ਨਹੀਂ ਲੱਗਦਾ ਗੁਆਂਢੀਆਂ ਨੂੰ। ਉਹ ਪੁਰਾਣਾ ਟਾਈਮ ਹੁੰਦਾ ਸੀਗਾ, ਸਿਰ ਤੇ ਕਿਰਪਾਨ ਬੰਨੀ ਹੋਣੀ, ਆਪਾਂ ਦੌੜੇ ਜਾਣਾ ਬਾਹਰ, ਸਾਰਿਆਂ ਨੂੰ ਵੇਖਣਾ ਵੀ ਬੰਦਾ 6 ਵਜੇ ਉੱਠਿਆ, ਲੇਟ ਹੋ ਗਿਆ। ਕਿਉਂ ਸਾਰੇ 4 ਵਜੇ ਉੱਠਦੇ ਹੁੰਦੇ ਸੀਗੇ, ਤੇ ਹੁਣ ਭਾਵੇਂ 10 ਵਜੇ ਉੱਠੋ, ਕਿਸੇ ਨੂੰ ਕੁਛ ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਉਹ ਗੰਗਾ ਦੂਰ ਸੀਗੀ, ਕਿਸੇ ਆਉਂਦੇ ਜਾਂਦੇ ਨਹਾਉਂਦਿਆਂ ਨੂੰ ਦੇਖਿਆ ਨਹੀਂ ਸੀਗਾ। ਜਦ ਮਹਾਰਾਜ ਨੇ ਦਿਖਾਇਆ, ਸਭਨਾਂ ਦਾ ਨਿਸ਼ਚਾ ਹੋ ਗਿਆ। ਇਉਂ ਪਾਤਸ਼ਾਹ ਕਹਿੰਦੇ ਜੋ ਗੁਰ ਦਿਓ ਤਾਂ 68 ਨਹਾਇਆ, ਜੇ ਗੁਰੂ ਦੀ ਕਿਰਪਾ ਹੋ ਜਾਏ ਤਾਂ 68 ਤੀਰਥਾਂ ਦੇ ਇਸ਼ਨਾਨ ਹੁੰਦਾ ਹੈ। ਜੋ ਗੁਰ ਦਿਓ ਤਨ ਚੱਕਰ ਲਗਾਇਆ, ਜੇਕਰ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਇਸ ਕਿਰਪਾ ਵਿੱਚ ਹੀ ਸਰੀਰ ਉੱਪਰ ਚੱਕਰ ਲੱਗ ਜਾਂਦੇ ਨੇ। ਭਾਵ ਜਿਵੇਂ ਵੈਸ਼ਨਵ ਮੱਤ ਵਾਲੇ ਬਾਹਾਂ ਉੱਪਰ ਚੱਕਰ ਦਾ ਚਿੰਨ੍ਹ ਜਿਹਾ ਬਣਾਉਂਦੇ ਨੇ, ਭਗਤ ਨਾਮਦੇਵ ਜੀ ਕਥਨ ਕਰਦੇ ਕਿ ਸਾਨੂੰ ਇਹਨਾਂ ਚੱਕਰਾਂ ਦੇ ਲਾਉਣ ਦੀ ਲੋੜ ਨਹੀਂ। ਜੋ ਗੁਰਾਂ ਦੀ ਕਿਰਪਾ ਹੋਈ ਹੈ, ਇਸ ਵਿੱਚ ਹੀ ਸਾਰੇ ਚੱਕਰ ਬੱਕਰ ਆ ਗਏ ਨੇ। ਜਿਵੇਂ ਪ੍ਰਿਥੂ ਰਾਜੇ ਦੇ ਸਰੀਰ ਉੱਪਰ ਦੁਆਰਕਾ ਗਏ ਤੋਂ ਬਿਨਾਂ ਹੀ ਹਰੀ ਨੇ ਚਿੰਨ੍ਹ, ਛਾਪਾ, ਤਿਲਕ ਆਦਿ ਲਗਾ ਦਿੱਤਾ ਸੀਗਾ। ਜਾਂ ਜਦੋਂ ਗੁਰਾਂ ਦੀ ਕਿਰਪਾ ਹੋਈ ਤਾਂ ਅਮਰੀਕ ਰਾਜੇ ਦੀ ਰੱਖਿਆ ਲਈ ਭਗਵਾਨ ਨੇ ਦੁਰਵਾਸ਼ਾ ਰਿਸ਼ੀ ਦੇ ਸਰੀਰ ਮਗਰ ਆਪਣਾ ਸੁਦਰਸ਼ਨ ਚੱਕਰ ਲਗਾ ਦਿੱਤਾ। ਜਾਂ ਜਦੋਂ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਸਰੀਰ ਦੇ ਅੰਦਰ ਪਰਮਾਤਮਾ ਦੇ ਸਿਮਰਨ ਰੂਪੀ ਚੱਕਰ ਦਾ ਪ੍ਰਵਾਹ ਲੱਗ ਆਇਆ। ਜਿਸ ਤਰ੍ਹਾਂ ਚੈਨ ਘੁੰਮਦੀ ਹੈ, ਪਟਾ ਨਹੀਂ ਹੁੰਦਾ, ਇਸ ਤਰ੍ਹਾਂ ਵਾਹਿਗੁਰੂ ਨਾਲ ਵਾਹਿਗੁਰੂ ਜੁੜਿਆ ਹੋਇਆ ਤੇ ਉਹ ਜਗਮਗ ਜਗਮਗ ਕਰ ਰਿਹਾ। ਆ ਜਿਹੜੀ ਦੀਵਾਲੀ ਹੈ ਤਾਂ ਬਾਹਰਲੀਆਂ ਲਾਈਟਾਂ ਤਾਂ ਖਰਾਬ ਹੋ ਜਾਂਦੀਆਂ, ਬਿਜਲੀ ਚਲੀ ਜਾਂਦੀ, ਅੱਖਾਂ ਚ ਆ ਜਾਂਦੀਆਂ। ਜਿਹੜਾ ਮਹਾਰਾਜ ਦਾ ਵਾਹਿਗੁਰੂ ਹੈ, ਵਾਵੇ ਕਰਨਾ ਹਾਈ ਸਾਰੀ ਗੰਗੀ ਅੰਗੜਾਲੇ ਤੇ ਇਹ ਪਟੇ ਦੀ ਤਰ੍ਹਾਂ, ਚੈਨ ਦੀ ਤਰ੍ਹਾਂ ਆਟੋਮੈਟਿਕ, ਬਿਨਾਂ ਕਿਸੇ ਕਰੰਟ ਤੋਂ, ਬਿਨਾਂ ਦੂਸਰੀ DC ਪਾਵਰ ਤੋਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਅਜਪਾ ਜਾਪ ਨਾ ਵਿਸਰੈ ਆਦਿ ਗਤ ਸਮਾਏ। ਵਾਹਿਗੁਰੂ 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 ਵਾਹਿ ਜੀਓ। ਗੁਰੂ ਗ੍ਰੰਥ ਸਾਹਿਬ 'ਚ ਪੰਕਤੀ ਲਿਖੀ ਹੈ, ਇਹਦੇ ਦਰਸ਼ਨ ਕਰਨੇ ਚਾਹੀਦੇ ਨੇ, ਔਰ ਇਹਨਾਂ ਨੂੰ ਅੱਖਾਂ ਅੱਗੇ ਰੱਖਣਾ ਚਾਹੀਦਾ। ਜੇ ਕਿਤੇ ਨਿਗਾਹ ਸੱਜੇ ਖੱਬੇ ਵੀ ਹੋ ਜਾਏ ਤਾਂ ਉਹ ਨਾਮ ਹੀ ਅੱਗੇ ਹੋਵੇ। ਤਾਂ ਇਸ ਤਰ੍ਹਾਂ ਇਹ ਮਹਾਰਾਜ ਨੇ ਸਾਡਾ ਚੱਕਰ ਚਲਾ ਦਿੱਤਾ ਹੈ ਅਜਪਾ ਜਾਪ ਦਾ। ਤੋਂ 12 ਜੋਤਿਰਲਿੰਗ ਮੰਨੇ ਗਏ ਹਨ। ਦੁਆਰਕਾ ਤੋਂ 60 ਕੋ ਪੂਰਬ ਪ੍ਰਭਾਸ ਖੇਤਰ 'ਚ ਸੋਮਨਾਥ ਤੇ ਗੋਦਾਵਰੀ ਦੇ ਕਿਨਾਰੇ ਤੇ ਪੰਜਵੇਂ ਜੀ ਪਾਸ ਤਰਗੰਕ ਇਤਿਆਦਿਕ ਇਹ ਹਿੰਦੂਆਂ ਦੇ। ਸੋ ਸਾਧ ਸੰਗਤ ਜੀ ਉਹ ਚੱਕਰ ਆਦਿਕ ਤੇ ਲਿੰਗ ਆਦਿਕ ਹਨ। ਜੋ ਗੁਰਦੇਵ ਤਾ ਦਵਾਦਾਸ ਸੇਵਾ, ਅਸੀਂ ਇਹਨਾਂ ਚੱਕਰਾਂ ਦੇ ਵਿੱਚ ਨਹੀਂ ਪੈਂਦੇ ਜਾਂ ਕਿਸੇ ਯਾਤਰਾਤਕ ਵਾਸਤੇ ਕਿਤੇ ਅਸਥਾਨ ਦੇ ਚੱਕਰ ਵਿੱਚ ਨਹੀਂ ਪੈਂਦੇ। ਮਹਾਰਾਜ ਨੇ ਸਾਨੂੰ ਨਾਮ ਦੀ ਬਖਸ਼ਿਸ਼ ਕਰ ਦਿੱਤੀ। ਨਾਮਦੇਵ ਜੀ ਕਹਿੰਦੇ ਨੇ ਜਦ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ 12 ਜੋਤਿਰਲਿੰਗ ਦੀ ਸੇਵਾ ਵੀ ਹੋ ਗਈ। ਜਾਂ 12 ਪ੍ਰਮੁੱਖ ਦੇਵੀ ਦੇਵਤਿਆਂ ਵਿਸ਼ਨੂੰ, ਲక్ష్ਮੀ, शिव जी, पार्वती, ब्रह्मा, सरस्वती, गणेश, काली, भैरव, सूरज, इंद्र ते यम आदि की पूजा भी हो गई। जो गुरुदेव सबा बिख मेवा, जदों पूजनी गुरां दी मेहर हुई तां सारे जहर भी फल भाव अमृत रूप हो गए। जिवें मीरा बाई नूं ਉਹਦੇ ਜੇਠ ਨੇ ਖਿਚੜੀ ਰਿੰਨ ਕੇ ਜ਼ਹਿਰ ਮਿਲਾ ਕੇ ਦੇ ਦਿੱਤੀ ਵੀ ਇਹ ਨੱਚਦੀ ਹੈ, ਸਾਡੇ ਕੋਲ ਨੂੰ ਲਾਜ ਲੱਗਦੀ ਹੈ। ਮੀਰਾ ਬਾਈ ਨੇ ਪਹਿਲਾਂ ਭਗਵਾਨ ਨੂੰ ਭੋਗ ਲਵਾਇਆ, ਜਿਸ ਤੋਂ ਭਗਵਾਨ ਨੇ ਉਹ ਜ਼ਹਿਰ ਆਪਣੇ ਅੰਦਰ ਖਿੱਚ ਲਈ, ਉਹਦਾ ਰੰਗ ਨੀਲਾ ਹੋ ਗਿਆ। ਫਿਰ ਉਹ ਖਿਚੜੀ ਮੀਰਾ ਬਾਈ ਨੇ ਖਾ ਲਈ, ਉਹਨੂੰ ਕੁਝ ਵੀ ਨਾ ਹੋਇਆ। ਇਸੇ ਤਰ੍ਹਾਂ ਜਿਵੇਂ ਸਮੁੰਦਰ ਰਿੜਕਣ ਸਮੇਂ ਉਹਦੇ ਚੋਂ ਨਿਕਲੀ ਜ਼ਹਿਰ शिव जी ने नाम के आसरे अपने कंठ में हजम कर ली, कुछ भी नहीं होया। बाबा आया सिंह जी जिवें उन्होंने सेवक ने दुध च 3 बार जहर पा के दी, पर उस सिमरन की आस से दुध पी जाती रही, कुछ भी ना होया। इस तरह जहर भी अमृत हो जाती है। जो गुरुदेव का संसार टूटे, जेकर
ਪ੍ਰਮਾਣ ਵਿਪਰਜੇ ਆਦਿਕ ਸੰਸਾਰ ਟੁੱਟ ਜਾਂਦਾ, ਨਾਸ਼ ਹੋ ਜਾਂਦਾ ਹੈ। ਜਾਉ ਗੁਰਦੇਵ ਤਾ ਜਮ ਦੇ ਛੂਟਾ। ਜੇਕਰ ਪੂਜਨੀ ਗੁਰਾਂ ਦੀ ਮਿਹਰ ਹੋ ਜਾਵੇ ਤਾਂ ਜੀਵ ਜਮਾਂ ਦੇ ਬੰਧਨਾਂ ਤੋਂ ਵੀ ਛੁੱਟ ਜਾਂਦਾ ਹੈ। ਗਵਾਲੀਅਰ ਦਾ ਕਿਲ੍ਹਾ ਤਾਂ ਬੜਾ ਛੋਟਾ ਹੈ। ਜਾਉ ਗੁਰਦੇਵ ਤਾ ਪਾਉ ਜਲ ਤਾਰਾ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਜੀਵ ਸੰਸਾਰ ਸਮੁੰਦਰ ਤੋਂ ਸੌਖਾ ਹੀ ਤਰ ਜਾਂਦਾ ਹੈ। ਜਾਉ ਗੁਰਦੇਵ ਤਾ ਜਨਮ ਨਾ ਮਰੈ। ਜੇਕਰ ਪੂਜਨੀਕ ਗੁਰਾਂ ਦੀ ਕਿਰਪਾ ਮਿਹਰ ਹੋ ਜਾਵੇ ਤਾਂ ਜੀਵ ਜੰਮਣ ਮਰਨ ਵਿੱਚ ਨਹੀਂ ਆਉਂਦਾ। ਜਾਉ ਗੁਰਦੇਵ 8-10 ਵਿਵਹਾਰ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ ਤਾਂ 18 ਪੁਰਾਣਾਂ ਦਾ ਵਿਹਾਰ ਸਿਧਾਂਤ ਜਾਣ ਲਈਦਾ ਹੈ। ਇਹਦੇ ਵਿੱਚ ਅਵਤਾਰਾਂ ਰਾਜਿਆਂ ਆਦਿਕ ਦੀ ਕਥਾ ਹੈ। ਜਾਉ ਗੁਰਦੇਵ 18 ਭਾਰ। ਜੇਕਰ ਪੂਜਨੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ 18 ਭਾਰ ਬਨਸਪਤੀ ਵੀ ਅੰਮ੍ਰਿਤ ਫਲ ਬਣ ਜਾਂਦੀ ਹੈ। 18 ਭਾਰ ਭਾਵ 18 ਪਰਬਾਂ ਵਾਲੀ ਮਹਾਂਭਾਰਤ ਦਾ ਸਿਧਾਂਤ ਜਾਣ ਲਈਦਾ ਹੈ। ਮੈਨੂੰ ਗੁਰਦੇਵ ਆਵਰ ਨਹੀਂ ਜਾਈ। ਸਾਡੀ ਤਾਂ ਪੂਜਨੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕੋਈ ਵੀ ਜਗ੍ਹਾ ਨਹੀਂ ਹੈ ਕਿ ਜਿੱਥੇ ਜਾ ਕੇ ਅਸੀਂ ਆਪ ਦਾ ਗੁਜ਼ਾਰਾ ਕਰ ਸਕੀਏ। ਸਾਡਾ ਤਾਂ ਇਹੀ ਘਰ ਹੈ, ਇਹੀ ਪੂਜਾ ਵਾਲਾ ਸਥਾਨ ਹੈ। ਨਾਮ ਦਿਓ ਗੁਰ ਕੀ ਸਰਣਾਈ। ਭਗਤ ਨਾਮਦੇਵ ਜੀ ਕਹਿੰਦੇ ਨੇ ਇਸ ਲਈ ਅਸਾਂ ਤਾਂ ਗੁਰਾਂ ਦੀ ਓਟ ਹੀ ਲੈਣਾ ਕੀਤੀ ਹੈ। ਤੁਹਾਡੇ ਵੀ ਚਰਨਾਂ 'ਚ ਬੇਨਤੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਹੁਕਮ ਹੈ, ਬੇਨਤੀ ਭਾਵੇਂ ਮੰਨੋ ਤੇ ਭਾਵੇਂ ਨਾ ਮੰਨੋ, ਪਰ ਹੁਕਮ ਹਰ ਹੀਲੇ ਮੰਨਣਾ ਹੀ ਪੈਂਦਾ ਹੈ। ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ ਤੇ ਪੂਜੀਏ। ਜੇ ਇਹਨਾਂ ਦੇ ਚਰਨਾਂ ਨਾਲ ਲੱਗਾਂਗੇ ਤਾਂ ਗੁਰੂ ਸਾਹਿਬ ਜੀ ਲੋਕ ਪਰਲੋਕ ਵਿੱਚ ਸਾਡੇ ਰੱਖਿਅਕ ਹੋਣਗੇ। ਜਿਵੇਂ ਅੱਜ ਦੀਪਾਵਲੀ, ਦੀਵਿਆਂ ਦੀ ਲੜੀ, ਜਿੱਥੋਂ ਦੀਵਾਲੀ ਅੱਖਰ ਬਣਿਆ, ਗੁਰਮਤਿ ਦੇ ਵਿੱਚ ਬੰਦੀ ਛੋੜ ਦਿਵਸ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਉਮਰ ਕੈਦੀ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਤੇ 52 ਹੀ ਰਾਜਿਆਂ ਨੂੰ ਆਪਦੇ ਚੋਲੇ ਦੀਆਂ ਕਲੀਆਂ ਪਕੜਾ ਕੇ, ਇੱਕ ਤਾਂ ਗਵਾਲੀਅਰ ਦਾ ਮੁੱਖ ਦਰਵਾਜ਼ਾ ਹੈ ਵੱਡਾ, ਜਿਹੜਾ ਗੁਰਦੁਆਰੇ ਸਾਹਿਬ ਵਾਲੇ ਪਾਸੇ ਖੁੱਲ੍ਹਦਾ, ਇੱਕ ਛੋਟਾ ਹੇਠਾਂ ਪੌੜੀਆਂ ਉਤਰ ਕੇ ਸ਼ਹਿਰ ਨੂੰ ਜਾਂਦਾ ਹੈ, ਉਧਰ ਦੀ ਮਹਾਰਾਜ ਨੇ ਕੱਢਿਆ ਸੀ ਉਹਨਾਂ ਨੂੰ। ਇੱਕ ਸਾਧੂ ਨੂੰ ਦਰਸ਼ਨ ਦਿੱਤੇ। ਅੱਜ ਜਿਹੜਾ ਸਰਕਾਰੀ ਖਜ਼ਾਨੇ ਵਿੱਚੋਂ 500 ਰੁਪਇਆ ਆਉਂਦਾ ਸੀਗਾ, ਉਹ ਮਹਾਰਾਜ ਨੇ ਇੱਕ ਵੀ ਅੰਨਾ ਆਪਦੇ ਲਈ ਨਹੀਂ ਵਰਤਿਆ, ਸਭ ਲੰਗਰ ਦੇ ਵਿੱਚ ਉਹਨਾਂ ਰਾਜਿਆਂ ਨੂੰ ਖਿਲਾ ਦਿੱਤਾ। ਭਾਈ ਪੁਰਾਣਾ ਤੇ ਭਾਈ ਜੇਠਾ ਜੀ ਲੋਹਾਰ ਦੇ ਕੋਲ ਲੋਹਾ ਕੁੱਟ ਕੇ ਗੁਰੂ ਸਾਹਿਬ ਦਾ ਪ੍ਰਸ਼ਾਦਾ ਬਣਾਉਂਦੇ ਹੁੰਦੇ। ਬਾਕੀ ਸਭ ਕੜਾ ਪ੍ਰਸ਼ਾਦ ਤੇ ਬਸਤਰ ਆਦਿਕ ਰਾਜਿਆਂ ਦੇ ਗੁਜ਼ਾਰੇ ਵਾਸਤੇ ਹੀ ਪੈਸੇ ਖਰਚਦੇ। ਮਹਾਰਾਜ ਨੇ ਉਹਨਾਂ ਨੂੰ ਰਿਹਾ ਕਰਵਾਇਆ, ਜਹਾਂਗੀਰ ਦੇ ਸਾਹਮਣੇ ਪੇਸ਼ ਕੀਤਾ, ਉਹਦੇ ਕੋਲੋਂ ਈਨ ਬਣਵਾਈ, ਉਹਨੇ ਵੀ ਸਰੋਪੇ ਦਿੱਤੇ। ਫਿਰ ਗੁਰੂ ਸਾਹਿਬ ਨੇ ਆਪ ਹੀ ਉਹਨਾਂ ਨੂੰ ਇੱਕ ਇੱਕ ਘੋੜਾ ਤੇ ਕਾਫੀ ਪੈਸੇ ਉਹਨਾਂ ਨੂੰ ਦਿੱਤੇ ਮਹਾਰਾਜ ਨੇ। ਜਿੱਥੇ ਗੁਰਦੁਆਰਾ ਮਜਨੂ ਦਾ ਟਿੱਲਾ ਹੈ, ਇੱਥੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਜੀ ਦੀ ਯਾਦ ਦੇ ਵਿੱਚ ਮਹਾਰਾਜ ਦੇ ਘੋੜਿਆਂ ਨੂੰ ਚਾਰਦੇ ਹੁੰਦੇ। ਇੱਥੋਂ ਵੀ ਰਾਜਿਆਂ ਨੂੰ ਸਰੋਪੇ ਦੇ ਕੇ ਤੋਰਿਆ ਸੀਗਾ। ਫਿਰ ਚੰਦੂ ਦੇ ਨੱਕ 'ਚ ਨਕੇਲ ਪਾ ਕੇ ਮਹਾਰਾਜ ਤਰਨਤਾਰਨ ਸਾਹਿਬ ਮੰਜੀ ਸਾਹਿਬ ਬਣਿਆ ਹੋਇਆ, ਜਿੱਥੇ ਚੰਦੂ ਲਿਆਂਦਾ। ਫਿਰ ਅੰਮ੍ਰਿਤਸਰ ਸਾਹਿਬ ਆਏ, ਜਿਨ੍ਹਾਂ ਦੀ ਯਾਦ ਵਿੱਚ ਦੀਵਾਲੀ ਮਨਾਈ ਗਈ। ਅੱਗੇ ਫਿਰ ਲਾਹੌਰ ਗਏ ਤੇ ਉੱਥੇ ਟਕਾ ਮੰਗਾ ਕੇ ਚੰਦੂ ਨੂੰ ਬੜੀ ਬੁਰੀ ਮੌਤੇ ਮਰਵਾਇਆ। ਅੱਗੇ ਬਾਦਸ਼ਾਹ ਕਸ਼ਮੀਰ ਨੂੰ ਚਲਾ ਗਿਆ। ਉਹਨੇ ਕਿਹਾ ਸੀ ਮਹਾਰਾਜ ਮੈਨੂੰ ਬਖਸ਼ ਲਓ, ਮੈਂ ਤੁਹਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ, ਵੈਸੇ ਕਸੂਰ ਮੇਰਾ ਨਹੀਂ, ਚੰਦੂ ਤੁਹਾਨੂੰ ਫੜਾ ਦਿੱਤਾ। ਕਹਿੰਦੇ ਸਾਡੀ ਮਾਂ ਨੂੰ ਪੁੱਛ ਲਾ, ਮਾਤਾ ਗੰਗਾ ਜੀ ਨੇ ਉਹਨੂੰ ਬਖਸ਼ਿਆ ਨਹੀਂ ਸੀ। ਫਿਰ ਉਧਰ ਜੰਮੂ ਕਸ਼ਮੀਰ ਵਾਲੀ ਮਰ ਗਿਆ। ਗੁਰੂ ਜੀ ਲਾਹੌਰ ਤੋਂ ਵਾਪਸ ਆ ਗਏ ਸੰਗਤਾਂ ਨੂੰ ਦਰਸ਼ਨ ਦੇ ਕੇ। ਇਹ ਅੱਜ ਦਾ ਇਤਿਹਾਸ ਹੈ ਬੰਦੀ ਛੋੜ ਦਿਵਸ ਦਾ। ਇੱਕ ਦੂਸਰਾ ਭਾਈ ਮਨੀ ਸਿੰਘ ਸਾਹਿਬ ਦਾ ਕੱਲ੍ਹ ਵੀ ਮੈਂ ਸਰਵਣ ਕਰਵਾਇਆ ਸੀਗਾ। ਇਹ 2.5 ਲੱਖ ਰੁਪਏ ਦਾ ਜੁਰਮਾਨਾ ਪਾ ਕੇ
इस बहाने नाल भाई साहब को गिरफ्तार करके उन्हों का बंद कट के लाहौर के नकाश चौक के शहीद किया गया। पर बलिहार जाइए सुखमनी सुख अमृत प्रभ नाम भगत जन आख्या मन विश्राम। सुखमनी साहब का पाठ करदियां भाई साहब ने आपका बंद कह के कटवाया और खिड़े मत्थे शहीदी पाई। वो जिहड़ा शहीदी का इतिहास है वो अज दिवाली वाले जोड़ मेले नाल भी जुड़ता है। अज के दिन का ही बहाना बनया सीगा क्योंकि अज चढ़ावा चढ़ना सीगा ते भाई साहब कह लगे तुसीं घेरा पालिया ते सिंह आए कोई नहीं, तुहाडी नीत बदनीत हो गई। जब तुसीं मेला ही नहीं लगन दिता तो फिर चढ़ावा कहदा दईए। संगत ने कहा भी पैसे इकट्ठे कर भी ले आ भी गए भी भाई साहब इन्हां दे मत्थे मारो 2.5 लाख रुपये का की है तुसीं बचने चाहिए कहते नहीं। तन गंदगी की कोठड़ी हर हीरिया की खान जे सिर दतिया हल मिले तो भी सस्तो जान। संगत की माया गुरुद्वारे ही सोभती है। अपने इन्होंने तुरकों नहीं देना कोई नहीं, मैं आपकी कुर्बानी दिंदा। सो ना शहीदों के स्थान दे बंदी छोड़ दिवस वाले दिन कोटि कोटि प्रणाम है। और जो दीपमाला गुरु हरगोबिंद साहब जी के आगमन की खुशी में हुई सो सब मुबारकबाद। और गुरु साहब कृपा कर सानू भी मोह माया की बंदी तो खलासी कर बंद खलासी पाना हो। महाराज के हुक्म के साढ़े ते भी कृपा होवे उन्हें चुका क्षमा करनी जी अगे तो समत बख्शनी। गुरुदेव अवर नहीं जाई नाम दियो गुर की शरणाई। वाहिगुरु जी का खालसा वाहिगुरु जी की फतेह। राम कली